ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਵਿੱਚ ਘਰ ਪੰਜਵਾਂ ਸੁਰ ਤਾਰ ਚ ਗਾਉਣ ਦਾ ਇਸ ਸ਼ਬਦ ਨੂੰ ਹੁਕਮ ਕਰਦੇ ਨੇ। ਬੀਜ ਮੰਤਰ ਉਚਾਰਨ ਕੀਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੇ ਦੁਆਰਾ ਓੰਕਾਰ ਦੀ ਪ੍ਰਾਪਤੀ ਹੈ ਜੀਵ ਨੂੰ। ਮਹਾਰਾਜ ਜੀ ਫਰਮਾਉਂਦੇ ਹਨ, ਭ੍ਰਮ ਮਹਿ ਸੋਈ ਸਗਲ ਜਗਤ ਧੰਦ ਅੰਧ, ਕਉ ਜਾਗੈ ਹਰ ਜਨ। ਸੋ ਇੱਥੇ ਜੋ ਜਗਤ ਦਾ ਭਾਵ ਅਰਥ ਹੈ ਉਹ ਸਾਰੀ ਸ੍ਰਿਸ਼ਟੀ ਤੋਂ ਭਾਵ ਲੈਣਾ ਹੈ ਕਿ ਸਾਰੀ ਸ੍ਰਿਸ਼ਟੀ ਧੰਦਿਆਂ ਵਿੱਚ ਅੰਨੀ ਹੋਈ ਭਰਮ ਰੂਪੀ ਨੀਂਦ ਵਿੱਚ ਸੁੱਤੀ ਪਈ ਹੈ। ਭਰਮ ਕਰਕੇ ਅਵਿਦਿਆ ਰੂਪ ਨੀਂਦ ਵਿੱਚ ਸੁੱਤੀ ਹੋਈ ਸ੍ਰਿਸ਼ਟੀ, ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਕੋਈ ਵਿਰਲਾ ਹੀ ਹਰੀਜਨ ਰੱਬ ਦਾ ਪਿਆਰਾ ਗਿਆਨ ਜਾਗਰਤ ਅਵਸਥਾ ਵਿੱਚ ਜਾਗਦਾ। ਕਿਸੇ ਨੂੰ ਸੋਝੀ ਹੈ ਕਰੋੜਾਂ ਵਿੱਚੋਂ, ਬਾਕੀ ਸਾਰਾ ਜੱਗ ਸੁੱਤਾ ਹੀ ਪਿਆ ਮਾਨੋ। ਮਹਾਮੋਹਨੀ ਮਗਨ ਪ੍ਰੈ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ। ਪ੍ਰਾਣਾਂ ਤੋਂ ਵੀ ਪਿਆਰੀ ਜਾਣ ਕੇ ਮਹਾਮੋਹਣੀ ਜੋ ਮਾਇਆ ਹੈ ਉਹਦੇ ਵਿੱਚ ਇਹ ਪ੍ਰੀਤੀ ਪੂਰਵਕ ਬੰਦਾ ਮਗਨ ਹੋ ਰਿਹਾ, ਮਸਤ ਹੋ ਰਿਹਾ ਹੈ। ਪ੍ਰਾਣ ਪਿਆਰੇ ਨਹੀਂ ਇੰਨੇ ਜਿੰਨੀ ਮਾਇਆ ਪਿਆਰੀ ਹੈ। ਕੋਈ ਵਿਰਲਾ ਗੁਰਮੁਖੀ ਇਸ ਮਾਇਆ ਦਾ ਤਿਆਗ ਕਰਦਾ ਹੈ। ਚਰਨ ਕਮਲ ਆਨੂਪ ਹਰ ਸੰਤ ਮੰਤ, ਕਉ ਲਾਗੈ ਸਾਧੂ। ਸੰਤਾਂ ਦੇ ਉਪਦੇਸ਼ ਦੁਆਰਾ, ਸੰਤਾਂ ਦੇ ਮੰਤਰ ਦੁਆਰਾ, ਮੰਤਰ ਦਾ ਭਾਵ ਉਪਦੇਸ਼ ਹੀ ਹੁੰਦਾ। ਕੋਈ ਵਿਰਲਾ ਹੀ ਸਾਧੂ ਹੈ ਜਗਿਆਸੂ ਜੋ ਹਰੀ ਪਰਮਾਤਮਾ ਦੇ ਅਨੂਪ ਹੁੰਦਾ, ਉਪਮਾ ਤੋਂ ਰਹਿਤ ਦਰਸ਼ਨ। ਅਨੂਪੰ ਚਰਨਾਂ ਕਮਲਾਂ ਦੇ ਨਾਲ ਲੱਗਦਾ। ਨਾਨਕ ਸਾਧੂ ਸੰਗ ਜਾਗੇ ਗਿਆਨ ਰੰਗ, ਬੜ ਭਾਗੇ ਕਿਰਪਾ। ਮਹਾਰਾਜ ਫਰਮਾਉਂਦੇ ਨੇ ਸਾਧੂਆਂ ਦੇ ਸੰਗ ਦੁਆਰਾ ਉਹੀ ਕੋਈ ਰੱਬ ਦਾ ਪਿਆਰਾ ਗਿਆਨ ਰੰਗ ਵਿੱਚ ਜਾਗਦਾ, ਜਿਸ ਦੇ ਬਹੁਤ ਹੀ ਵੱਡੇ ਭਾਗ ਹੋਣ ਅਤੇ ਜਿਸ ਉੱਤੇ ਪਰਮੇਸ਼ਰ ਦੀ ਵਾਹਿਗੁਰੂ ਦੀ ਕਿਰਪਾ ਹੋਵੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਕਹੀਏ ਸਰਗੁਣ ਸਰੂਪ। ਜੋ ਪਹਿਲਾਂ ਏਕਾ ਲਾਇਆ ਉਹਦਾ ਭਾਵ ਨਿਰਗੁਣ ਸਰੂਪ। ਨਿਰਗੁਣ ਤੇ ਸਰਗੁਣ ਦਾ ਗਿਆਨ ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜੀਵ ਨੂੰ ਹੁੰਦਾ। ਰਾਗ ਆਸਾ ਘਰ ਛੇਵਾਂ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਦਾ ਆਸਾ ਰਾਗ ਵਿੱਚ ਪਾਵਨ ਸ਼ਬਦ ਛੇਵੇਂ ਘਰ ਸੁਰਤਾਰ ਚ ਗਾਉਣ ਦਾ ਹੁਕਮ ਕਰਦੇ ਨੇ। ਜੋ ਤੁਧ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ। ਹੇ ਵਾਹਿਗੁਰੂ ਜੀ, ਜੋ ਆਪ ਨੂੰ ਭਾ ਜਾਵੇ ਉਹੀ ਪ੍ਰਮਾਣਨੀਕ ਹੈ। ਸਾਡੇ ਮਨ ਵਿੱਚ ਤਾਂ ਉਹੀ ਸਹਿਜ ਸੂਖ ਤੋਂ ਭਾਵ ਇੱਕ ਜਗ੍ਹਾ ਪਰਪੱਕ ਰਹਿਣ ਵਾਲਾ ਅਚੁੱਤ ਸੁੱਖ ਉਹੀ ਹੈ ਜੋ ਆਪ ਜੀ ਨੂੰ ਭਾ ਜਾਵੇ। ਕਰਨ ਕਾਰਨ ਸਮਰੱਥ ਅਪਾਰਾ, ਆਵਰ ਨਾਹੀ ਰੇ ਕੋਈ। ਹੇ ਬੇਅੰਤ ਗੁਣਾਂ ਵਾਲੇ ਸਮਰੱਥ ਪਰਮੇਸ਼ਰ ਜੀ, ਜਿੰਨੇ ਕਾਰਜ ਕਾਰਨ ਦੇ ਕਰਨ ਵਾਲੇ ਆਪ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ, ਕਿਉਂਕਿ ਸਭ ਕਾਰਜ ਕਾਰਨ ਦੇ ਕਰਨ ਵਾਲੇ ਆਪ ਹੋ। ਇਸ ਕਰਕੇ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ, ਕਿਉਂਕਿ ਜਦੋਂ ਕਾਰਜ ਰੂਪ ਵੀ ਆਪ ਹੋ, ਕਰਨਾ ਕਾਰਨ ਰੂਪ ਵੀ ਆਪ ਹੋ, ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ। ਸਭ ਤੁਹਾਡੇ ਹੁਕਮ ਅਨੁਸਾਰ ਖੇਡ ਵਰਤ ਰਹੀ ਹੈ। ਤੇਰੇ ਜਨ ਰਸਕ ਰਸਕ ਗੁਣ ਗਾਵਹਿ। ਹੇ ਵਾਹਿਗੁਰੂ, ਤੇਰੇ ਜਿਹੜੇ ਪ੍ਰੇਮੀ ਨੇ, ਨਾਮ ਰਸੀਏ ਨੇ, ਉਹ ਰਸਕ ਰਸ ਕੇ ਪ੍ਰੇਮੀ ਪੁਰਖ ਤਦਾਕਾਰ ਹੋ ਕੇ ਤੇਰੇ ਗੁਣਾਂ ਨੂੰ ਗਾਉਂਦੇ ਨੇ। ਨਾਮ ਦੇ ਵਿੱਚ ਖੁੱਭ ਕੇ ਚੰਗੀ ਤਰ੍ਹਾਂ ਇਕਮਿਕ ਹੋ ਕੇ, ਮਨ ਕਰਕੇ, ਜ਼ੁਬਾਨ ਕਰਕੇ, ਸਰੀਰ ਕਰਕੇ ਤੇਰੇ ਵਿੱਚ ਖੁੱਭ ਕੇ ਤੇਰੇ ਗੁਣਾਂ ਦਾ ਗਾਇਨ ਕਰਦੇ ਹਨ। ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰਹਿ ਕਰਾਵ ਹੈ ਰਹਾਉ। ਮਸਲਤ ਹੁੰਦੀ ਬਹੁਤਿਆਂ ਦੀ ਹੁੰਦੀ ਹੈ, ਮਤਾ ਹੁੰਦਾ ਚਾਰ ਜਾਣਿਆਂ ਨਾਲ, ਸਿਆਣਪ ਹੁੰਦੀ ਇੱਕ ਬੁੱਧੀ ਦੀ।
हे ਪਰਮੇਸ਼ਰ, ਜਿਹੜੀ ਜਨਾਂ ਦੀ ਸੇਵਕਾਂ ਦੀ ਮਸਲਤ ਹੈ ਬਹੁਤਿਆਂ ਨੇ ਮਿਲ ਕੇ ਕਰਨੀ ਹੈ, ਮਤਾ ਹੈ ਅਤੇ ਸਿਆਣਪ ਸਭ ਕੁਝ ਤੂੰ ਹੀ ਹੈ। ਜੋ ਕੁਝ ਕਰਾਉਂਦਾ ਉਹ ਜੀਵ ਤੋਂ ਉਹੀ ਜੀਵ ਇਹ ਕਰਦੇ ਨੇ। ਜਿਵੇਂ ਮਹਾਰਾਜ ਨੇ ਕੱਲ੍ਹ ਵੀ ਬਚਨ ਕਿਹਾ ਸੀ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ। ਗੱਲ ਉੱਥੇ ਹੀ ਆ ਜਾਣੀ ਹੈ, ਘੁੰਮ ਘੁਮਾ ਕੇ ਰਜੋਂ ਗੱਲ ਰੱਬ ਤੇ ਹੀ ਆਉਣੀ ਹੈ। ਫਿਰ ਮਹਾਰਾਜ ਕਹਿੰਦੇ ਪਹਿਲਾਂ ਹੀ ਉੱਥੇ ਚੱਲੀਏ। ਅੰਮ੍ਰਿਤ ਨਾਮ ਤੁਮਾਰਾ ਪਿਆਰੇ, ਸਾਧ ਸੰਗ ਰਸ ਪਾਇਆ। ਇਹ ਪਿਆਰੇ ਪਰਮੇਸ਼ਰ ਜੀ, ਆਪ ਦਾ ਨਾਮ ਅੰਮ੍ਰਿਤ ਰੂਪ ਹੈ ਜਿਹੜਾ, ਉਹਦਾ ਰਸ ਅਸੀਂ ਕਿੱਥੋਂ ਪਾਇਆ? ਸਾਧ ਸੰਗਤ ਵਿੱਚੋਂ। ਸਤ ਸੰਗਤ ਵਿੱਚ ਬੈਠ ਕੇ ਅਸੀਂ ਨਾਮ ਰਸ ਦੀ ਪ੍ਰਾਪਤੀ ਕੀਤੀ। ਸਤਿਗੁਰੂ ਜੀ ਸੰਗਤ ਕਰਨ 'ਤੇ ਜ਼ਿਆਦਾ ਜ਼ੋਰ ਦਿੰਦੇ ਨੇ। ਸੰਗਤ ਕਰਨ ਦੇ ਨਾਲ ਜੀਵ ਨੂੰ ਬਹੁਤ ਸੋਝੀ ਹੋ ਆਉਂਦੀ ਹੈ। ਤ੍ਰਿਪਤ ਅਗਾਏ ਸੇਈ ਜਨ ਪੂਰੇ, ਸੁਖ ਨਿਧਾਨ ਹਰ ਗਾਇਆ। ਉਹ ਜਿਹੜੇ ਜਨ ਨੇ ਪੂਰਨ ਤ੍ਰਿਪਤ ਹੋ ਕੇ ਬਾਹਰੋਂ ਤੇ ਅਗਾਏ ਅੰਦਰੋਂ ਰੱਜ ਗਏ ਨੇ। ਇੱਕ ਹੁੰਦਾ ਬਾਹਰੋਂ ਦਿਖਾਵਾ ਕਰਨਾ ਤੇ ਅੰਦਰੋਂ ਭੁੱਖੜ ਹੋਣਾ, ਪਰ ਤੇਰੇ ਪਿਆਰੇ ਬਾਹਰੋਂ ਵੀ ਰੱਜ ਗਏ ਅੰਦਰੋਂ ਵੀ ਰੱਜ ਗਏ ਨੇ। ਜਿਨ੍ਹਾਂ ਨੇ ਇਹ ਸੁੱਖਾਂ ਦੇ ਖਜ਼ਾਨੇ ਵਾਹਿਗੁਰੂ ਆਪ ਦੇ ਗੁਣਾਂ ਦਾ ਗਾਇਨ ਕੀਤਾ ਹੈ, ਉਹ ਤ੍ਰਿਪਤ ਹੋ ਗਏ ਨੇ। ਜਾ ਕਉ ਟੇਕ ਤੁਮਾਰੀ ਸੁਆਮੀ, ਤਾ ਕਉ ਨਾਹੀ ਚਿੰਤਾ। ਜਿਨ੍ਹਾਂ ਨੇ ਤੁਹਾਡੀ ਟੇਕ ਓਟ ਆਸਰਾ ਲਿਆ ਹੈ, ਉਹਨੂੰ ਕਿਸੇ ਕਿਸਮ ਦੀ ਕੋਈ ਚਿੰਤਾ ਹੀ ਨਹੀਂ ਹੁੰਦੀ। ਸਭ ਤੁਹਾਡੇ ਉੱਤੇ ਹੀ ਗੱਲ ਛੱਡ ਦਿੱਤੀ ਉਹਨੇ ਕਿ ਜੋ ਤੁਸੀਂ ਕਰਨਾ ਉਹੀ ਠੀਕ ਹੈ। ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰਨਾ ਤਾਂ ਤੁਸੀਂ ਉਹੀ ਹੈ, ਇਸ ਕਰਕੇ ਅਸੀਂ ਕਿਉਂ ਚਿੰਤਾ ਕਰੀਏ। ਜੋ ਹੋਵੇਗਾ ਸੋ ਤੁਹਾਡੇ ਹੁਕਮ 'ਚ ਹੋਵੇਗਾ। ਚਿੰਤਾ ਤਾਂ ਕੀ ਕੀਜੀਆ ਜੋ ਅਨਹੋਣੀ ਹੋਏ, ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਾ ਕਉ ਦਇਆ ਤੁਮਾਰੀ ਹੋਈ, ਸੇ ਸਾਹਾ ਭਲੇ ਭਗਵੰਤਾ। हे ਭਗਵੰਤ ਪਰਮੇਸ਼ਰ ਜੀ, ਜਿਨ੍ਹਾਂ ਪਰ ਆਪ ਦੀ ਦਇਆ ਹੋਈ ਹੈ ਉਹ ਭਾਗਾਂ ਵਾਲੇ ਚੰਗੇ ਸ਼ਾਹ ਬਣ ਗਏ ਨੇ। ਉਹ ਭਲੇ ਸ਼ਾਹ ਹਨ, ਭਗਵੰਤ ਦਾ ਸਰੂਪ ਹਨ ਜੀ। ਭਰਮ ਮੋਹ ਧਰੋਹ ਸਭ ਨਿਕਸੇ, ਜਬ ਕਾ ਦਰਸ਼ਨ ਪਾਇਆ। ਇਹ ਵਾਹਿਗੁਰੂ, ਜਦੋਂ ਅਸੀਂ ਆਪ ਦਾ ਦਰਸ਼ਨ ਪਾਇਆ, ਵਿਆਪਕ ਰੂਪ ਵਿੱਚ ਪ੍ਰਕਾਸ਼ ਦੇਖਿਆ ਆਪ ਦਾ, ਉਦੋਂ ਸਾਰੇ ਹੀ ਮੇਰੇ ਭਰਮ ਛਾਲ ਵਿਕਾਰ ਨਿਕਲ ਗਏ। ਪਹਿਲਾਂ ਮੈਂ ਦੋਸ਼ ਦਿੰਦਾ ਸੀ ਦੁਨੀਆ ਨੂੰ, ਬੰਦਿਆਂ ਨੂੰ। ਜਦੋਂ ਤੇਰਾ ਪ੍ਰਕਾਸ਼ ਸਾਰਿਆਂ 'ਚ ਦੇਖਿਆ, ਫਿਰ ਹੁਣ ਮੈਨੂੰ ਕਿਸੇ ਗੱਲ 'ਤੇ ਕੋਈ ਗਿਲਾ ਨਹੀਂ। ਹੁਣ ਮੇਰੇ ਮਨ 'ਚ ਇਹੀ ਆਉਂਦਾ ਕਿ ਸਾਰਿਆਂ ਵਿੱਚ ਆਪ ਹੀ ਬੈਠ ਕੇ ਤੂੰ ਕਰਾਉਣ ਵਾਲਾ ਹੈ। ਹੁਣ ਮੇਰਾ ਕਿਸੇ ਨਾਲ ਕੋਈ ਗੁੱਸਾ ਨਹੀਂ ਹੈ। ਵਰਤਣ ਨਾਮ ਨਾਨਕ ਸੱਚ ਕੀਨਾ, ਹਰ ਨਾਮੇ ਰੰਗ ਸਮਾਇਆ। ਮਹਾਰਾਜ ਫਰਮਾਉਂਦੇ ਨੇ, ਸ੍ਰੇਸ਼ਟ ਜਗਿਆਸੂ ਇਉਂ ਕਹਿੰਦਾ ਕਿ ਜਦੋਂ ਦਾ ਮੈਂ ਸੱਚ ਨਾਮ ਦਾ ਵਰਤਨ ਹੁੰਦਾ, ਵਰਤ ਵਲੇਵਾ ਵਰਤਾਓ ਕੀਤਾ ਹੈ, ਉਦੋਂ ਦਾ ਮੇਰਾ ਮਨ ਵਾਹਿਗੁਰੂ ਨਾਮ ਦੇ ਆਨੰਦ ਵਿੱਚ ਸਮਾਇਆ ਜੀ। ਆਸਾ ਮਹੱਲਾ ਪੰਜਵਾ। ਜਨਮ ਜਨਮ ਕੀ ਮਲ ਧੋਵੈ ਪਰਾਈ, ਆਪਣਾ ਕੀਤਾ ਪਾਵੈ। ਇਹ ਸ਼ਬਦ ਦੁਆਰਾ ਨਿੰਦਿਆ ਕਰਨ ਵਾਲੇ ਨਿੰਦਕਾਂ ਦੀ ਹਾਲਤ ਨੂੰ ਦੱਸਦੇ ਹੋਏ ਫਰਮਾਉਂਦੇ ਨੇ ਕਿ ਜਿਹੜੇ ਨਿੰਦਕ ਪੁਰਸ਼ ਹੁੰਦੇ ਨੇ, ਉਹ ਨਿੰਦਿਆ ਕਰਕੇ ਜਨਮਾਂ ਜਨਮਾਂਤਰਾਂ ਦੀ ਦੂਜਿਆਂ ਦੀ ਪਰਾਈ ਮੈਲ ਨੂੰ ਧੋਂਦੇ ਰਹਿੰਦੇ ਨੇ ਅਤੇ ਆਪਣੇ ਕੀਤੇ ਕਰਮਾਂ ਦਾ ਜਿਹੜਾ ਫਲ ਹੈ ਨਰਕ, ਉਹਦੀ ਪ੍ਰਾਪਤੀ ਕਰਦੇ ਨੇ। ਇਹਾਂ ਸੁਖ ਨਹੀਂ ਦਰਗਹਿ ਢੋਈ, ਜੰਪੁਰ ਜਾਏ ਪਚਾਵੈ। ਨਿੰਦਕ ਨੂੰ ਨਾ ਇੱਥੇ ਸੁਖ ਹੁੰਦਾ, ਨਾ ਹੀ ਪਰਲੋਕ ਦਰਗਾਹ ਦੇ ਵਿੱਚ ਕੋਈ ਢੋਈ ਭਾਵ ਜਗ੍ਹਾ ਮਿਲਦੀ ਆ। ਨਿੰਦਕ ਜਿਹੜੇ ਇਨਸਾਨ ਨੇ ਜੰਮਪੁਰੀ ਵਿੱਚ ਜਾ ਕੇ ਪਚਾਵੈ ਤੋਂ ਭਾਵ ਖਰਾਬ ਹੁੰਦੇ ਨੇ, ਸੋ ਨਰਕਾਂ ਵਿੱਚ ਸੜਦੇ ਨੇ। ਪਚਾਵੈ ਉਹਨੂੰ ਕਹਿੰਦੇ ਜਿੱਥੇ ਭੱਠੇ ਦੇ ਵਿੱਚ ਇਸ ਪ੍ਰਕਾਰ ਇੱਟਾਂ ਪਕਾਈਆਂ ਜਾਂਦੀਆਂ ਨੇ ਜਾਂ ਘੜੇ ਪਕਾਏ ਜਾਂਦੇ ਨੇ, ਉੱਥੇ ਜਿਵੇਂ ਉਹ ਪਚਦੇ ਨੇ, ਸੜਦੇ ਨੇ, ਸੂੰ ਸੂੰ ਦੀ ਆਵਾਜ਼ ਆਉਂਦੀ ਹੈ, ਇਸ ਤਰ੍ਹਾਂ ਜਾ ਕੇ ਉਹ ਸੜਦੇ ਨੇ। ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਕੈ ਕਾਹੂ ਬਾਤੈ, ਆਗੈ ਠੌਰ ਨਾ ਪਾਇਆ ਰਹਾਉ। ਜਿਹੜੇ ਨਿੰਦਕ ਇਨਸਾਨ ਆ, ਉਹਨਾਂ ਨੇ ਨਿੰਦਾ ਕਰ ਕਰਕੇ ਸੁੰਦਰ ਮਨੁੱਖਾ ਜਨਮ ਅਹਿਲਾ ਹੁੰਦਾ ਨਿਸਫਲ ਹੀ ਗਵਾ ਲਿਆ। ਪਾਠ ਕਰਨ ਨੂੰ ਉਹਨਾਂ ਦਾ ਚਿੱਤ ਨਹੀਂ ਕਰਦਾ, ਇੰਨਾ ਪਾਠ ਤੋਂ ਵੀ ਭੱਜਦੇ ਨੇ ਉਹ, ਪਰ ਨਿੰਦਾ ਕਰਨ ਲਈ ਉਹ 2-4 ਘੰਟੇ ਸਹਿਜੇ ਹੀ ਕੱਢ ਲੈਂਦੇ ਨੇ। ਸੋ ਨਿੰਦਕ ਪੁਰਸ਼ ਇਸ ਲੋਕ ਵਿੱਚ ਵੀ ਕਿਸੇ ਗੱਲ ਨੂੰ ਤੋੜ ਤੱਕ ਨਹੀਂ ਪਹੁੰਚਾ ਸਕੇ, ਕੋਈ ਗੱਲ ਸਿਰੇ ਨਹੀਂ ਲੱਗੀ ਅਤੇ ਅੱਗੇ ਪਰਲੋਕ ਵਿੱਚ ਵੀ ਠਹਿਰਨਾ ਨਹੀਂ ਪ੍ਰਾਪਤ ਹੋਇਆ ਉਹਨਾਂ ਨੂੰ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਿਰਤ ਪਿਆ ਨਿੰਦਕ ਬਪਰੇ ਕਾ, ਕਿਆ ਉਹ ਕਰੈ ਵਿਚਾਰਾ।
ਵਿਚਾਰੇ ਨਿੰਦਕ ਦਾ ਜਿਹੜਾ ਕਿਰਤ ਸੀ ਨਾ, ਕਰਮ ਕਹਿੰਦੇ ਇਸ ਤਰ੍ਹਾਂ ਦਾ ਹੀ ਪਿਆ ਹੋਇਆ, ਬਸ ਉਹਦੇ ਮੱਥੇ ਤੇ ਲੇਖ ਹੀ ਹੈ ਜਾਂ ਲਿਖਿਆ, ਉਹ ਵਿਚਾਰਾ ਕੀ ਕਰ ਸਕਦਾ ਹੈ। ਉਹਦੀ ਡਿਊਟੀ ਇਹੀ ਆ, ਝਾੜੂ ਬਰਦਾਰ ਵਾਂਗੂ ਗੰਦਗੀ ਹੁੰਝਣ ਤੇ ਲੱਗਿਆ ਹੋਇਆ ਲੋਕਾਂ ਦੀ। ਤਾਹਾਂ ਬਿਗੂਤਾ ਜਹ ਕੋਏ ਨਾ ਰਾਖੈ, ਉਹ ਕਿਸ ਪਹਿ ਕਰੇ ਪੁਕਾਰਾ। ਨਿੰਦਕ ਉੱਥੇ ਜਾ ਕੇ ਖਰਾਬ ਹੁੰਦਾ ਜਿੱਥੇ ਕੋਈ ਰੱਖ ਹੀ ਨਹੀਂ ਸਕਦਾ। ਇਸ ਲਈ ਉਹ ਕਿਸ ਦੇ ਕੋਲ ਜਾ ਕੇ ਆਪਣੀ ਪੁਕਾਰ ਕਰੇਗਾ, ਫਰਿਆਦ ਕਰੇਗਾ। ਨਿੰਦਕ ਕੀ ਗਾਤੇ ਕਤਹੂ ਨਾਹੀ, ਖਸਮੈ ਏਵੈ ਭਾਣਾ। 381 ਅੰਗ ਤੇ ਮਹਾਰਾਜ ਫਰਮਾਉਂਦੇ ਨੇ ਕਿ ਖਸਮੈ ਤੋਂ ਭਾਵ ਮਾਲਕ ਪਰਮੇਸ਼ਰ ਨੂੰ ਇਸੇ ਤਰ੍ਹਾਂ ਹੀ ਪਾਉਂਦਾ ਕਿ ਨਿੰਦਕ ਦੀ ਗਤੀ ਕਿਤੇ ਹੋਣੀ ਹੀ ਨਹੀਂ। ਜੋ ਜੋ ਨਿੰਦ ਕਰੇ ਸੰਤਨ ਕੀ, ਤਿਉ ਸੰਤਨ ਸੁਖ ਮਾਨਾ। ਜਿਵੇਂ ਜਿਵੇਂ ਕੋਈ ਮਹਾਤਮਾ ਦੀ ਨਿੰਦਿਆ ਕਰਦਾ, ਮਹਾਂਪੁਰਖ ਮਨ 'ਚ ਖੁਸ਼ ਹੁੰਦੇ ਨੇ ਕਿ ਜਿੰਨੀ ਵੀ ਸਾਰੀ ਗੰਦਗੀ ਹੈ ਸਾਫ਼ ਕਰ ਰਿਹਾ ਮੇਰੀ। ਨਿੰਦਕ ਹਮਰੇ ਕੱਪੜੇ ਧੋਏ, ਇਹ ਮੇਰੇ ਅੰਤਸ਼ਕਰਨ ਨੂੰ ਸਾਫ਼ ਕਰ ਰਿਹਾ। ਉਹਨਾਂ ਨੂੰ ਓਨਾ ਹੀ ਸੁੱਖ ਮਿਲਦਾ। ਸੰਤਾਂ ਟੇਕ ਤੁਮਾਰੀ ਸੁਆਮੀ, ਤੂੰ ਸੰਤਨ ਕਾ ਸਹਾਈ। ਕਹਿੰਦੇ ਹੇ ਸੁਆਮੀ ਵਾਹਿਗੁਰੂ, ਸੰਤਾਂ ਨੂੰ ਇੱਕ ਆਪ ਜੀ ਦੀ ਓਟ ਹੀ ਹੈ ਅਤੇ ਤੂੰ ਹੀ ਸੰਤਾਂ ਦਾ ਸਹਾਇਕ ਹੁੰਦਾ ਹਮੇਸ਼ਾ। ਕਹੋ ਨਾਨਕ ਸੰਤ ਹਰ ਰਾਖੇ, ਨਿੰਦਕ ਦੀਏ ਰੁੜਾਈ। ਮਹਾਰਾਜ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਤੁਸੀਂ ਆਪ ਹੀ ਸੰਤਾਂ ਦੀ ਰੱਖਿਆ ਕੀਤੀ ਹੈ ਅਤੇ ਜਿਹੜੇ ਨਿੰਦਕ ਲੋਕ ਸੀ ਉਹ 84 ਲੱਖ ਜੂਨੀਆਂ ਰੂਪ ਨਦੀ 'ਚ ਰੋੜ ਦਿੱਤੇ ਨੇ। ਨਾ ਉਹ ਕੰਮ ਮੁੱਕੇ ਤੇ ਨਾ ਖਹਿੜਾ ਛੁੱਟੇ, 7 ਅਰਬ ਸਾਲ ਲੱਗ ਜਾਂਦਾ। ਸੋ 84 ਲੱਖ ਜੂਨ ਭੋਗਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਮੁੜ ਕੇ ਉਹਨੂੰ ਬਾਹਰ ਹੀ ਨਹੀਂ ਕੱਢਦੇ। ਆਸਾ ਮਹੱਲਾ ਪੰਜਵਾ। ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਪੰਜਵੇਂ ਪਾਤਸ਼ਾਹ ਮਹਾਰਾਜ ਆਸਾ ਰਾਗ 'ਚ ਫਰਮਾਉਂਦੇ ਨੇ ਕਿ ਜਿਹੜੇ ਜੀਵ ਬਾਹਰੋਂ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਧੋਂਦੇ ਆ ਤੇ ਅੰਦਰੋਂ ਮਨ ਮੈਲਾ ਹੈ, ਉਹਨੇ ਸਮਝ ਲਓ ਆਪਣੇ ਦੋਵੇਂ ਥਾਂ ਹੀ ਲੋਕ ਤੇ ਪ੍ਰਲੋਕ ਗਵਾ ਹੀ ਲਏ, ਐਵੇਂ ਬੇਅਰਥ ਹੀ ਗਵਾ ਲਏ। ਇਹਾਂ ਕਾਮ ਕ੍ਰੋਧ ਮੋਹ ਵਿਆਪਿਆ, ਆਗੈ ਮੁਸ ਮੁਸ ਰੋਏ। ਇਸ ਲੋਕ ਦੇ ਵਿੱਚ ਉਹ ਕਾਮ ਕ੍ਰੋਧ ਆਦਿਕ ਵਿਸ਼ੇ ਵਿਕਾਰਾਂ ਵਿੱਚ ਹੀ ਫਸਿਆ ਪਿਆ। ਹੁਣ ਜਦੋਂ ਇੱਥੇ ਹੀ ਵਿਸ਼ੇ ਵਿਕਾਰ ਭੋਗੇ ਨੇ, ਮਾੜੇ ਬੀਜ ਬੀਜੇ ਨੇ, ਕਿੱਕਰ ਦੇ ਬੀਜ ਬੀਜ ਕੇ ਕੰਡੇ ਹੀ ਮਿਲਣੇ ਨੇ। ਅੱਗੇ ਹੁਣ ਪ੍ਰਲੋਕ ਦੇ ਵਿੱਚ ਜਦੋਂ ਜਾ ਕੇ ਸਜ਼ਾ ਮਿਲਦੀ ਆ, ਖਾਣ ਨੂੰ ਨਹੀਂ ਕੁਛ ਮਿਲਦਾ, ਫਿਰ ਕਹਿੰਦੇ ਮੁਸ ਮੁਸ ਹੁੰਦਾ। ਉਸੇ ਫਿਰ ਡੁਸਕ ਡੁਸਕ ਕੇ ਰੋਣਾ, ਭਾਵ ਹੌਂ ਕੇ ਲੈ ਲੈ ਰੋਣਾ। ਫਿਰ ਉਸ ਵਕਤ ਗੋਬਿੰਦ ਭਜਨ ਕੀ ਮਤ ਹੈ ਹੋਰਾ। ਇਹ ਭਾਈ ਗੋਬਿੰਦ ਦੇ ਭਜਨ ਸਿਮਰਨ ਕਰਨ ਦੀ ਤਾਂ ਹੋਰ ਹੀ ਮੱਤੀ ਹੈ। ਵਰਮੀ ਮਾਰੀ ਸਾਪ ਨਾ ਮਰਈ, ਨਾਮ ਨਾ ਸੁਣਈ ਡੋਰਾ ਰਹਾਓ। ਜਿਵੇਂ ਵਰਮੀ ਹੁੰਦੀ ਹੈ ਖੱਡ ਦੇ ਮਾਰਨ ਨਾਲ, ਕੁੱਟਣ ਨਾਲ। ਜੇ ਸੱਪ ਖੱਡ ਵਿੱਚ ਵੜ ਜੇ, ਬਾਹਰੋਂ ਖੱਡ ਕੁੱਟੀਏ, ਸੱਪ ਨਹੀਂ ਮਰਦਾ। ਸੋ ਇਸ ਪ੍ਰਕਾਰ ਹੀ ਬੰਦ ਕਰਨ ਨਾਲ ਸੱਪ ਨਹੀਂ ਮਰਦਾ। ਸੋ ਖੱਡ ਬੰਦ ਕਰਦੀ ਹੈ ਵੀ ਸੱਪ ਹੁਣ ਮਰ ਜਾਊ, ਸੱਪ ਕਿਤੇ ਹੋਰ ਦੀ ਨਿਕਲ ਜਾਂਦਾ। ਮਹਾਰਾਜ ਕਹਿੰਦੇ ਇਵੇਂ ਸਰੀਰ ਨੂੰ ਦੁੱਖ ਦੇਣ ਨਾਲ ਮਨ ਨਹੀਂ ਮਰਦਾ। ਜਿਹੜੇ ਲੋਕ ਪਾਣੀ 'ਚ ਖੜ੍ਹਦੇ ਨੇ, ਇੱਕ ਲੱਤ ਦੇ ਭਾਰ ਖੜ੍ਹਦੇ ਨੇ, ਕਦੇ ਭੁੱਖੇ ਰਹਿੰਦੇ ਨੇ, ਕਦੇ ਵਰਤ ਰੱਖਦੇ ਨੇ, ਫੇਰ ਕੀ ਹੋ ਜੂ? ਮਨ ਨੂੰ ਕਿਹੜਾ ਫਰਕ ਪੈਣਾ ਕੋਈ? ਨਿਸ਼ਚੇ ਵਿਚਾਰ ਰੂਪੀ ਕੰਨਾਂ ਤੋਂ ਬਿਨਾਂ ਜੋ ਡੋਰਾ ਹੁੰਦਾ, ਬੋਲਾ ਬੰਦਾ, ਉਹ ਨਾਮ ਨੂੰ ਨਹੀਂ ਸੁਣਦਾ। ਅਸਲ 'ਚ ਨਾਮ ਨੇ ਮਨ ਨੂੰ ਟਿਕਾਉਣਾ ਸੀ। ਨਾਮ ਇਹਨੇ ਸੁਣਿਆ ਨਹੀਂ, ਜਪਿਆ ਨਹੀਂ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੈ। ਪਖੰਡੀ ਭਗਤ ਬਣ ਕੇ ਮਾਇਆ ਦੀ ਜਿਹੜੀ ਕਿਰਤ ਵਿਰਤ ਕਰਨੀ ਤਾਂ ਛੱਡ ਕੇ ਗਵਾ ਦਿੱਤੀ। ਆਪ ਗ੍ਰਸਤੀ ਵੀ ਨਾ ਰਹੇ ਅਤੇ ਪਰਮੇਸ਼ਰ ਦੀ ਭਗਤੀ ਦੀ ਸਾਰ ਸੰਭਾਲ ਵੀ ਜਾਣਦਾ ਨਹੀਂ। ਫਿਰ ਕਰਦਾ ਕੀ ਹੈ ਇਹ? ਕਹਿੰਦੇ ਇਹ ਇਹੋ ਜਿਹਾ ਨਿੰਦਕ ਹੋ ਗਿਆ ਹੁਣ। ਵੇਦ ਸ਼ਾਸਤਰ ਕਉ ਤਰਕਨ ਲਾਗਾ, ਤਤ ਜੋਗ ਨਾ ਪਛਾਨੈ। ਇਹ ਕੀ ਕਰਦਾ? ਵੇਦਾਂ ਸ਼ਾਸਤਰਾਂ ਨੂੰ ਤਰਕ ਕਰਨ ਲੱਗ ਜਾਂਦਾ ਕਿ ਇਵੇਂ ਗੱਪ ਗਪੌੜੇ ਮਾਰੇ ਹੋਏ ਜੀ ਵੇਦਾਂ ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਸਾਰਿਆਂ ਦੇ ਉੱਤੇ ਕਿੰਤੂ ਕਰ ਦਿੰਦਾ ਤੇ ਯੋਗ ਦੇ ਤੱਤ ਸਿਧਾਂਤ ਨੂੰ ਪਛਾਣਦਾ ਨਹੀਂ। ਸਿਧਾਂਤ ਰੂਪ ਪਰਮੇਸ਼ਰ ਵਿੱਚ ਜੁੜਨਾ ਪਛਾਣਦਾ ਨਹੀਂ ਹੈ। ਉਹ ਗਰ ਗਿਆ ਜੈਸਾ ਖੋਟਾ ਢਬੂਆ, ਨਦਰ ਸਰਾਫਾਂ ਆਇਆ। ਕਹਿੰਦੇ ਜਿਵੇਂ ਖੋਟਾ ਢਬੂਆ ਹੁੰਦਾ ਨਾ, ਰੁਪਈਆ, ਖੋਟਾ ਰੁਪਈਆ ਜਦੋਂ ਸਰਾਫਾਂ ਦੀ ਨਜ਼ਰ 'ਚ ਆਉਂਦਾ ਤਾਂ ਉਹ ਪਾਜ ਖੁੱਲ੍ਹ ਜਾਂਦਾ। ਇਸੇ ਪ੍ਰਕਾਰ ਜਦ ਗੁਰੂ ਸਾਹਿਬ ਰੂਪੀ ਸਰਾਫ ਦੀ ਨਜ਼ਰ ਹੇਠ ਆਉਂਦਾ ਤਾਂ ਇਸ ਖੋਟੇ ਬੰਦੇ ਦਾ ਪਾਜ
ਪਖੰਡ ਖੁੱਲ੍ਹ ਜਾਂਦਾ। ਸੋ ਜਿਵੇਂ ਤੀਜੇ ਪਾਤਸ਼ਾਹ ਮਹਾਰਾਜ ਕੋਲ ਇੱਕ ਬੜਾ ਹੀ ਆਪਣੇ ਆਪ ਸਾਧੂ ਬਣਿਆ, ਚਿੱਟੇ ਕੱਪੜੇ ਪਾਏ, ਮਹਾਰਾਜ ਨੇ ਭਾਵੇਂ ਜਾਣੀ ਜਾਣ ਨੇ ਸਤਿਗੁਰੂ ਨੇ ਉਹਦਾ ਬਾਹਰਲਾ ਲਿਬਾਸ ਦੇਖ ਕੇ ਕੋਲ ਬਿਠਾ ਲਿਆ। ਕੱਪੜਾ ਵਿਛਾਓ ਵੀ ਮਹਾਂਪੁਰਖ ਆਏ ਨੇ, ਬਿਠਾ ਲਿਆ ਜਦੋਂ। ਸੋ ਮਹਾਰਾਜ ਕੋਲ ਇੱਕ ਬੜੀ ਕੀਮਤੀ ਮੋਤੀਆਂ ਦੀ ਮਾਲਾ ਸੀ, ਸੁੱਚੇ ਮੋਤੀਆਂ ਦੀ ਮਾਲਾ। ਸਤਿਗੁਰੂ ਜੀ ਉੱਠ ਕੇ ਲੰਗਰ ਵਿੱਚ ਗਏ ਸੰਗਤ ਨੂੰ ਦੇਖਣ। ਇਹਨੇ ਹੌਲੀ ਇੱਕ ਦਿਨ ਮਹਾਰਾਜ ਦੀ ਮਾਲਾ ਖਸਕਾ ਲਈ, ਖਸਕਾ ਕੇ ਆਪਣੇ ਆਸਣ ਦੇ ਥੱਲੇ ਲਕੋ ਲਈ। ਜਦੋਂ ਮਹਾਰਾਜ ਜੀ ਮੁੜ ਕੇ ਆਏ, ਸਤਿਗੁਰੂ ਨੇ ਦੇਖਿਆ ਮਾਲਾ ਸਾਡੀ ਕਿੱਧਰ ਗਈ, ਇੱਧਰ ਉੱਧਰ ਦੇਖਿਆ, ਲੱਭੀ ਨਾ। ਸੋ ਇਹੀ ਜੀ ਦੇਵਨੇਤ ਹੋਈ ਕਿ ਹਨੇਰੀ ਦਾ ਇੱਕ ਬੁੱਲਾ ਜਿਹਾ ਆਇਆ, ਉਹ ਨਕਲੀ ਸਾਧੂ ਦੀ ਜਿਹੜੀ ਚਾਦਰ ਸੀ ਉੱਡ ਗਈ, ਇੱਕ ਕਿਨਾਰਾ ਉੱਡਿਆ ਤਾਂ ਉਹ ਥੱਲੇ ਮਾਲਾ ਪਈ। ਉਹ ਤਾਂ ਕਹਿੰਦੇ ਨੇ ਮਹਾਰਾਜ ਵੀ ਉਗਰ ਗਿਆ ਜੈਸਾ ਖੋਟਾ ਟਬੂਆ ਨਦਰ ਸਰਾਫਾਂ ਆਇਆ। ਸੋ ਇਸ ਤਰ੍ਹਾਂ ਸਰਾਫਾਂ ਨੂੰ ਨਜ਼ਰ ਕੀ ਆਇਆ, ਜੋ ਖੋਟਾ ਸਿੱਕਾ, ਜਾਂ ਕਹਿੰਦੇ ਨੇ ਸੋ ਜਿਵੇਂ ਸੋਨਾ ਚਾੜਿਆ ਸੀ ਕਿਸੇ ਨੇ, ਮੁਲੰਮਾ ਪਾਜ, ਬਰਸਾਤਾਂ ਦੇ ਦਿਨਾਂ ਵਿੱਚ ਉਹ ਉਗੜ ਜਾਂਦਾ, ਸੋਨਾ ਉਤਰਨ ਕਰਕੇ ਥੱਲੇ ਤਾਂਬਾ ਨਿਕਲ ਆਉਂਦਾ। ਅੰਤਰਜਾਮੀ ਸਭ ਕੁਛ ਜਾਣੈ, ਉਸ ਤੇ ਕਹਾਂ ਛੁਪਾਇਆ। ਪਰਮੇਸ਼ਰ ਤਾਂ ਸਭ ਕੁਝ ਜਾਣਦਾ, ਅੰਦਰ ਦੀ ਜਾਣਨ ਵਾਲਾ ਉਹ ਤਾਂ। ਹੁਣ ਉਹਦੇ ਕੋਲੋਂ ਭਲਾ ਕੀ ਲੁਕਾਇਆ ਜਾ ਸਕਦਾ, ਕਿਉਂਕਿ ਉਹ ਤਾਂ ਅੰਦਰ ਹੀ ਬੈਠਾ ਆਪਣੇ, ਉਹਨੇ ਕਿਹੜਾ ਬਾਹਰੋਂ ਆ ਕੇ ਦੇਖਣਾ। ਕੂੜ ਕਪਟ ਬੰਚ ਨਿਮੁਨੀਆਦਾ ਬਿਨਸ ਗਿਆ ਤਤਕਾਲੇ। ਕੂੜ ਹੁੰਦਾ ਝੂਠ ਬੋਲਣ ਕਰਕੇ, ਕਪਟ ਹੁੰਦਾ ਛਲਵਲ ਕਰਨ ਕਰਕੇ। ਸੋ ਇਹ ਕੀ ਹੋਇਆ, ਬੰਚ ਹੁੰਦਾ ਠੱਗੀਆਂ ਕਰਨ ਵਾਲੇ ਜੀਵ, ਸਰੂਪ ਰੂਪੀ ਮੁਨਿਆਦ ਦੇ ਨਿੰਗ ਤੋਂ ਭਾਵ ਬਿਨਾ ਹੈ, ਇਸ ਕਰਕੇ ਤਤਕਾਲ ਹੀ ਨਾਸ ਹੋ ਜਾਂਦਾ ਹੈ। ਸੋ ਨਿੰਗ ਮੁਨਿਆਦਾ ਪਾਠ ਇਕੱਠਾ ਕਰਨਾ, ਬੋਲਣਾ ਔਖਾ, ਪਹਿਲਾਂ ਔਖਾ ਲੱਗਦਾ, ਹੌਲੀ ਹੌਲੀ ਆਪਣੇ ਆਪ ਪਹਿਲਾਂ ਤਾਂ ਬੋਲੋ ਮੁਨਿਆਦਾ, ਫਿਰ ਬੋਲੋ ਨਿੰਗ ਮੁਨਿਆਦਾ, ਕਿਉਂਕਿ ਨਿੰਗ ਹੁੰਦਾ ਬਿਨਾ ਤੇ ਮੁਨਿਆਦ ਹੁੰਦੀ ਜਿਹੜੀ ਜੜ, ਜਾਂ ਕਹਿ ਲਓ ਵੀ ਜਿਹੜੀ ਮਕਾਨ ਦੀ ਨੀਂਹ ਪੱਟਦੇ ਆ। ਇਸ ਪ੍ਰਕਾਰ ਹੈ। ਸਤ 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 ਨਾਨਕ ਕਹਿਆ, ਆਪਣਾ ਹਿਰਦਾ ਦੇਖ ਸੰਭਾਲੇ। ਸਤਿਗੁਰਾਂ ਨੇ ਨਿਸ਼ਚੈ ਕਰਕੇ ਸੱਚ ਕਿਹਾ, ਤੂੰ ਆਪਣੇ ਹਿਰਦੇ 'ਚ ਸੰਭਾਲ ਕੇ ਦੇਖ, ਠੀਕ ਹੈ ਜਾਂ ਗਲਤ। 3 ਵਾਰੀ ਸੱਤ ਕਹਿਣ ਕਰਕੇ ਪਰਪੱਕ ਹੋ ਜਾਂਦੀ ਗੱਲ, ਬਈ ਪੱਕਾ ਹੀ ਕਿਹਾ ਮਹਾਰਾਜ ਨੇ। ਆਸਾ ਮਹੱਲਾ ਪੰਜਵਾ। ਉਦਮ ਕਰਤ ਹੋਵੈ ਮਨ ਨਿਰਮਲ, ਨਾਚੈ ਆਪ ਨਿਵਾਰੇ। ਪਰਮੇਸ਼ਰ ਦੀ ਤਰਫ ਉਦਮ ਕਰਨ ਨਾਲ ਮਨ ਨਿਰਮਲ ਹੁੰਦਾ। ਆਪਾ ਭਾਵ ਹੰਕਾਰ ਨੂੰ ਨਿਵਰਤ ਕਰਕੇ ਸਤ ਅਸਤ ਦਾ ਨਾਚਾ ਹੁੰਦਾ, ਨਿਰਣਾ ਕਰੇ। ਗੁਰਮੁਖਾਂ ਵਾਲੀ ਨੱਚਣ ਦੀ ਕਿਰਿਆ ਕਰਨ ਨਾਲ, ਉਦਮ ਕਰਨ ਨਾਲ ਮਨ ਨਿਰਮਲ ਹੁੰਦਾ। ਹੰਕਾਰ ਦਾ ਜਿਹੜਾ ਨਿਵਰਤ ਕਰਨਾ, ਇਹੀ ਨੱਚਣਾ ਹੈ ਬਸ। ਕੱਲ ਵੀ ਇਹੀ ਆਇਆ ਸੀ। ਪੰਜ ਜਨਾ ਲੈ ਵਸਗਤ ਰਾਖੈ, ਮਨ ਮਹਿ ਏਕ ਹੰਕਾਰੇ। 5 ਜਨ ਹੁੰਦੇ ਸ੍ਰੇਸ਼ਟ ਜਨ, 5 ਪ੍ਰਵਾਨ, 5 ਪ੍ਰਧਾਨ। ਸ੍ਰੇਸ਼ਟ ਮਹਾਤਮਾ ਪਾਸੋਂ ਉਪਦੇਸ਼ ਲੈ ਕੇ 5 ਨੂੰ ਕਾਮ ਕ੍ਰੋਧ ਆਦਿਕਾਂ ਨੂੰ ਆਪਣੇ ਵਸਗਤ ਰਾਖੈ, ਭਾਵ ਅਧੀਨ ਕਰ ਰੱਖੇ, ਅਤੇ ਮਨ ਦੇ ਵਿੱਚ ਪਰਮਾਤਮਾ ਨੂੰ ਧਾਰਨਾ ਕਰੇ, ਜੋ ਏਕ ਓੰਕਾਰ ਜੀ ਦਾ ਨਾਮ ਲੈਂਦੇ ਆਪਾਂ। ਤੇਰਾ ਜਨ ਨਿਰਤ ਕਰੇ ਗੁਣ ਗਾਵੈ। ਹੇ ਵਾਹਿਗੁਰੂ, ਤੇਰਾ ਭਗਤ ਜਨ ਗੁਣ ਗਾਉਣ ਰੂਪ ਨਿਰਤ ਕਰਦਾ, ਨੱਚਣਾ ਕਰਦਾ। ਗੁਣ ਗਾਉਣੇ ਹੀ ਨੱਚਣਾ। ਰਬਾਬ ਪਖਾਵਜ ਤਾਲ ਘੁੰਗਰੂ, ਅਨਹਦ ਸ਼ਬਦ ਵਜਾਵੈ ਰਹਾਉ। ਅਨਹਦ ਹੁੰਦਾ ਇੱਕ ਰਸ ਗੁਰਾਂ ਦੇ ਉਪਦੇਸ਼ ਦਾ, ਜਿਹੜਾ ਵਜਾਵਾ ਉਚਾਰਨਾ, ਜਿਹੜਾ ਬਾਣੀ ਉਚਾਰਨੀ ਹੈ। ਸਤਿਗੁਰੂ ਕਹਿੰਦੇ ਇਹੀ ਰਬਾਬ ਹੈ, ਇਹੀ ਪਖਾਵਜ ਹੁੰਦੀ ਜੋੜੀ, ਇਹੀ ਜੋੜੀ ਹੈ, ਇਹੀ ਤਾਲ ਹੈ, ਇਹੀ ਘੁੰਗਰੂ ਹੈ। ਇਸ ਪ੍ਰਕਾਰ ਫਰਮਾਉਂਦੇ ਨੇ। ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਪਾਛੈ ਅਵਰ ਰੀਝਾਵੈ। ਜੀਵ ਨੂੰ ਚਾਹੀਦਾ ਪਹਿਲਾਂ ਆਪਣੇ ਮਨ ਨੂੰ ਸਮਝਾਵੇ, ਪਿੱਛੋਂ ਹੋਰਨਾਂ ਨੂੰ ਉਪਦੇਸ਼ ਦੇ ਕੇ ਪ੍ਰਸੰਨ ਕਰੇ। ਜਦੋਂ ਆਪਣਾ ਹੀ ਨਹੀਂ ਮਨ ਸਮਝਿਆ ਹੋਇਆ ਤੇ ਫਿਰ ਕਹਿੰਦੇ ਨੇ ਦੂਜੇ ਨੂੰ ਕੀ ਉਪਦੇਸ਼ ਕਰਨਾ। ਰਾਮ ਨਾਮ ਜਪ ਹਿਰਦੈ ਜਾਪੈ, ਮੁਖ ਤੇ ਸਗਲ ਸੁਣਾਵੈ। ਪਹਿਲੇ ਆਪ ਰਾਮ ਨਾਮ ਦੇ ਜਪ ਨੂੰ ਹਿਰਦੇ ਜਪਣਾ ਕਰੇ, ਅਤੇ ਮਗਰੋਂ ਫਿਰ ਮੂੰਹ ਨਾਲ ਜਿਹੜਾ ਹੈ ਰਾਮ ਨਾਮ ਦੂਜਿਆਂ ਨੂੰ ਵੀ ਸੁਣਾਉਣਾ ਕਰੇ।
ਜਦੋਂ ਆਪ ਜਪ ਕੇ ਮਨ ਦੀ ਇਕਾਗਰਤਾ 'ਚ ਰਸ ਆਉਂਦਾ ਹੈ, ਫਿਰ ਦੂਜਿਆਂ ਨੂੰ ਬੋਲ ਕੇ ਸੁਣਾਊ, ਉਹਦੇ 'ਤੇ ਅਸਰ ਪੈਂਦਾ। ਜਦੋਂ ਕਹਿੰਦੇ ਆਪ ਹੀ ਨਹੀਂ ਜਪਿਆ, ਫਿਰ ਦੂਜਿਆਂ ਨੂੰ ਕੀ ਸੁਣਾਉਣਾ। ਕਰ ਸੰਗ ਸਾਧੂ ਚਰਨ ਪਖਾਰੈ, ਸੰਤ ਧੂਰ ਤਨ ਲਾਵੈ। ਕਹਿੰਦੇ ਕਰ ਸੰਗ, ਇੱਥੇ ਕਰ ਹੱਥਾਂ ਦਾ ਭਾਵ ਹੱਥਾਂ ਨਾਲ ਸੰਤਾਂ ਦੇ ਚਰਨ ਪਖਾਰੈ, ਧੋਵੇ, ਅਤੇ ਸੰਤਾਂ ਦੀ ਚਰਨ ਧੂੜੀ ਸਰੀਰ ਦੇ ਉੱਤੇ ਲਗਾਵੇ। ਮਨ ਤਨ ਅਰਪ ਧਰੇ ਗੁਰ ਆਗੈ, ਸਤ ਪਦਾਰਥ ਪਾਵੈ। ਇੱਥੇ ਮਹਾਤਮਾ ਕਹਿੰਦੇ ਸਤਿਗੁਰੂ ਮਹਾਰਾਜ ਨੂੰ ਕਿਹਾ ਮਨ ਤਨ ਨੂੰ ਗੁਰਾਂ ਦੇ ਅੱਗੇ ਅਰਪ ਰੱਖੇ ਤਾਂ ਸਤ ਪਰਮਾਤਮਾ ਦੀ ਪ੍ਰਾਪਤੀ ਰੂਪ ਪਦਾਰਥ ਨੂੰ ਪਾਉਂਦਾ। ਚਾਰ ਸਾਧਨ ਤੇ ਸ਼ਰਵਣ ਮੰਨਨ ਅਧਿਆਸਨ ਰੂਪ ਸਤ ਪਦਾਰਥਾਂ ਨੂੰ ਪਾਉਂਦਾ। ਸਤ ਹੁੰਦਾ 100 ਭਾਵ ਅਨੇਕਾਂ ਪਦਾਰਥ ਪਾਉਂਦਾ। 5 ਗਿਆਨ ਇੰਦਰੀਏ ਤੇ ਮਨ ਬੁੱਧੀ ਦਾ ਦਮਨ ਕਰਨੇ ਰੂਪੀ ਪਦਾਰਥਾਂ ਨੂੰ ਪ੍ਰਾਪਤ ਕਰਦਾ। ਜੋ ਜੋ ਸੁਨੈ ਪੇਖੈ ਲਾਏ ਸਰਧਾ, ਤਾ ਕਾ ਜਨਮ ਮਰਨ ਦੁੱਖ ਭਾਗੈ। ਇਸ ਨਾਚ ਨੂੰ ਜਿਹੜਾ ਜਿਹੜਾ ਪੁਰਸ਼ ਸ਼ਰਧਾ ਨਾਲ ਸੁਣਦਾ ਹੈ ਅਤੇ ਦੇਖਦਾ ਹੈ, ਉਹਨਾਂ ਦਾ ਜੰਮਣਾ ਮਰਨਾ ਦੁੱਖ ਸਾਰੇ ਹੀ ਦੂਰ ਹੋ ਜਾਂਦੇ ਨੇ। ਐਸੀ ਨਿਰਤ ਨਰਕ ਨਿਵਾਰੈ, ਨਾਨਕ ਗੁਰਮੁਖ ਜਾਗੈ। ਇਹੀ ਜੀ ਨੱਚਣ ਦੀ ਕਿਰਿਆ ਨਰਕਾਂ ਨੂੰ ਨਿਵਰਤ ਕਰਦੀ ਹੈ, ਪਰ ਇਸ ਵਿੱਚ ਕੋਈ ਗੁਰਮੁਖ ਬੰਦੇ ਹੀ ਜਾਗਦੇ ਨੇ। ਆਸਾ ਮਹੱਲਾ ਪੰਜਵਾ। ਅਦਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਤੇ ਸ੍ਰੇਸ਼ਟਾਈ ਰੇ। ਸੋ ਫਰਮਾਉਂਦੇ ਨੇ ਮਹਾਰਾਜ ਆਸਾ ਰਾਗ 5ਵੇਂ ਪਾਤਸ਼ਾਹ। ਸੋ ਜਿਸ ਪ੍ਰਕਾਰ ਇਹ ਸ਼ਬਦ ਦੀ ਉਥਾਨਕ ਹੈ ਕਿ ਬ੍ਰਿਜ ਦੇ ਵਿੱਚ ਇੱਕ ਬਿਰਜੋ ਨਾਮੇ ਚੂੜੀ ਸੀ। ਪੂਰਬਲੇ ਕਰਮਾਂ ਦੇ ਸੰਬੰਧ ਕਰਕੇ ਉਸ ਨੂੰ ਸੰਤਾਂ ਦਾ ਸੰਗ ਹੋ ਗਿਆ। ਜਦੋਂ ਬਿਰਜੋ ਨੇ ਤਨੋ ਮਨੋ ਹੋ ਕੇ ਸੰਤਾਂ ਦੀ ਸੇਵਾ ਕੀਤੀ ਤਾਂ ਸੰਤਾਂ ਨੇ ਪ੍ਰਸੰਨ ਹੋ ਕੇ ਉਹਨੂੰ ਅੰਮ੍ਰਿਤ ਵੇਲੇ ਉੱਠ ਕੇ ਠਾਕੁਰ ਪੂਜਾ ਅਤੇ ਸਿਮਰਨ ਕਰਨ ਦਾ ਉਪਦੇਸ਼ ਦਿੱਤਾ। ਉਦੋਂ ਤੋਂ ਸੰਤਾਂ ਦੇ ਉਪਦੇਸ਼ ਦੁਆਰਾ ਬਿਰਜੋ ਨਿੱਤੀ ਅੰਮ੍ਰਿਤ ਵੇਲੇ ਉੱਠ ਕੇ ਪਹਿਲੇ ਜਮਨਾ ਵਿੱਚ ਇਸ਼ਨਾਨ ਕਰਕੇ ਫਿਰ ਉੱਥੋਂ ਜਲ ਦਾ ਗੜਵਾ ਭਰ ਕੇ ਠਾਕੁਰਾਂ ਦਾ ਇਸ਼ਨਾਨ ਕਰਾ ਕੇ ਪੂਜਨ ਕੀਤਾ। ਰੋਜ਼ ਇਹ ਕਿਰਿਆ ਕਰਨੀ ਉਹਨੇ। ਇੱਕ ਦਿਨ ਬਿਰਜੋ ਨੂੰ ਦੇਰ ਹੋ ਗਈ, ਪਰ ਉਹਨੇ ਆਪਣਾ ਨਿਯਮ ਨਾ ਛੱਡਿਆ। ਨਿਤ ਕਰਮ ਅਨੁਸਾਰ ਜਦ ਜਮਨਾ ਪਾਰ ਆਈ ਤਾਂ ਕੀ ਵੇਖਦੀ ਆ ਕਿ ਬ੍ਰਾਹਮਣੀਆਂ ਬੱਚਿਆਂ ਦੇ ਗੰਦੇ ਕੱਪੜੇ ਪੋਤੜੇ ਧੋ ਰਹੀਆਂ ਨੇ। ਉਸ ਲਈ ਬਿਰਜੋ ਨੇ ਉਹਨਾਂ ਬ੍ਰਾਹਮਣੀਆਂ ਤੋਂ ਉੱਪਰਲੇ ਪਾਸੇ ਹੋ ਕੇ ਇਸ਼ਨਾਨ ਕਰਕੇ ਜਲ ਦਾ ਗੜਵਾ ਭਰ ਲਿਆ। ਤੇ ਬ੍ਰਾਹਮਣੀਆਂ ਨੇ ਵੇਖ ਕੇ ਬੜਾ ਗੁੱਸਾ ਕੀਤਾ ਤੇ ਘਰ ਵਿੱਚ ਆ ਕੇ ਆਪਣੀਆਂ ਪਤੀਆਂ ਨੂੰ ਕਿਹਾ। ਉਹਨਾਂ ਨੇ ਬਾਦਸ਼ਾਹ ਕੋਲ ਪੁਕਾਰ ਕਰਤੀ ਜਾ ਕੇ ਕਿ ਬਿਰਜੋ ਨੇ ਸਾਡੇ ਧਰਮ ਨੂੰ ਭ੍ਰਿਸ਼ਟ ਕਰ ਦਿੱਤਾ। ਇਹ ਗੱਲ ਦਾ ਨਿਆਂ ਹੋਣਾ ਚਾਹੀਦਾ। ਸੋ ਉਸ ਵੇਲੇ ਰਾਜਾ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਇਹਦਾ ਨਿਆਂ ਕੱਲ੍ਹ ਕਰਾਂਗਾ। ਜਦ ਰਾਤ ਬੀਤੀ ਤਾਂ ਬਾਦਸ਼ਾਹ ਨੇ ਅੰਮ੍ਰਿਤ ਵੇਲੇ ਹੀ ਆਪਣੇ ਸਿਪਾਹੀ ਭੇਜੇ ਤੇ ਉਹਨਾਂ ਨੂੰ ਕਿਹਾ ਕਿ ਜਿਸ ਹਾਲਤ ਵਿੱਚ ਬਿਰਜੋ ਖੜੀ ਹੋਵੇ ਉਸੇ ਹਾਲਤ ਵਿੱਚ ਫੜ ਲਿਆਓ, ਅਤੇ ਜਿਸ ਹਾਲਤ ਵਿੱਚ ਬ੍ਰਾਹਮਣੀਆਂ ਹੋਣ ਉਸੇ ਹਾਲਤ ਵਿੱਚ ਉਹਨਾਂ ਨੂੰ ਫੜ ਲਿਆਓ। ਜਦੋਂ ਇਹ ਗੱਲ ਸੁਣ ਕੇ ਆਪੋ ਆਪਣੇ ਰਸਤੇ ਸਿਪਾਹੀ ਗਏ ਤਾਂ ਕੀ ਵੇਖਿਆ, ਬਿਰਜੋ ਦੇ ਹੱਥ ਵਿੱਚ ਫੁੱਲਾਂ ਦੀ ਮਾਲਾ ਫੜੀ ਹੋਈ ਹੈ ਜੋ ਕਿ ਠਾਕੁਰਾਂ ਦੇ ਗਲ ਪਾਉਣ ਨੂੰ ਤਿਆਰ ਹੈ। ਸਿਪਾਹੀ ਨੇ ਕਿਹਾ ਬਾਦਸ਼ਾਹ ਜੀ ਬੁਲਾ ਰਹੇ, ਉਸ ਵੇਲੇ ਸਾਡੇ ਨਾਲ ਚੱਲ। ਬਿਰਜੋ ਨੇ ਕਿਹਾ ਠਾਕੁਰ ਦੇ ਗਲ ਜਿਹੜਾ ਸਿਹਰਾ ਪਾਉਣ ਦਿਓ ਪਹਿਲਾਂ, ਫਿਰ ਮੈਂ ਚੱਲਦੀ ਹਾਂ। ਸਿਪਾਹੀ ਨੇ ਕਿਹਾ ਨਹੀਂ, ਇਸੇ ਹਾਲ ਚੱਲ। ਬਿਰਜੋ ਚੱਲ ਪਈ। ਉਸ ਪਾਸੇ ਜਦ ਸਿਪਾਹੀ ਬ੍ਰਾਹਮਣੀ ਪਾਸ ਪਹੁੰਚਾ ਤਾਂ ਉਹਦੇ ਹੱਥ ਵਿੱਚ ਗੰਦੇ ਕੱਪੜੇ ਫੜੇ ਹੋਏ ਵੇਖੇ। ਸਿਪਾਹੀ ਨੇ ਉਹਨੂੰ ਵੀ ਕਿਹਾ ਇਸੇ ਹਾਲਤ ਵਿੱਚ ਚੱਲ। ਜਦ ਦੋਨੋਂ ਰਾਜ ਦਰਬਾਰ ਵਿੱਚ ਪਹੁੰਚੀਆਂ ਤਾਂ ਬਾਦਸ਼ਾਹ ਨੇ ਵੇਖ ਕੇ ਕਿਹਾ ਇਹਦਾ ਨਿਆਂ ਮੈਂ ਕੀ ਕਰਨਾ, ਇਹ ਤਾਂ ਪਰਮਾਤਮਾ ਨੇ ਪਹਿਲਾਂ ਹੀ ਕਰ ਦਿੱਤਾ। ਉਹਦੇ ਤੇ ਸਤਿਗੁਰੂ ਮਹਾਰਾਜ ਕਥਨ ਕਰਦੇ, ਜਦ ਈਸ਼ਵਰ ਦੀ ਕਿਰਪਾ ਦ੍ਰਿਸ਼ਟੀ ਹੋਈ ਤਾਂ ਅਦਮ ਚੰਡਾਲੀ ਭਈ ਬ੍ਰਾਹਮਣੀ, ਸੂਦੀ ਤੇ ਸ੍ਰੇਸ਼ਟਾਈ ਰੇ। ਸ਼ੂਦਰਾਣੀ ਤੋਂ ਵੀ ਅਦਮ ਚੰਡਾਲਣੀ ਜੋ ਬਿਰਜੋ ਸੀ ਉਹ ਬ੍ਰਾਹਮਣੀ ਨਾਲੋਂ ਵੀ ਸ੍ਰੇਸ਼ਟ ਹੋ ਗਈ। ਕਹਿੰਦੇ ਤਾਂ ਵੀ ਨੀਵੀਂ ਜਾਤ ਦੀ ਸੀ, ਪਰ ਮਹਾਰਾਜ ਕਹਿੰਦੇ ਦੇਖ ਲਓ ਉਹ ਉੱਚੀ ਬਣ ਗਈ, ਕਿਉਂਕਿ ਭਗਤੀ ਕਰਨ ਨਾਲ ਬੰਦਾ ਉੱਚਾ ਬਣਦਾ। ਜਾਤ ਪਾਤ ਦੇ ਨਾਲ ਕਹਿੰਦੇ ਬੰਦਾ ਉੱਚਾ ਨਹੀਂ ਬਣਦਾ। ਕਹੋ ਨਾਨਕ ਗੁਰ ਅਮਿਓ ਪੀ ਆਇਆ। ਸੋ ਇਸ ਪ੍ਰਕਾਰ ਕਿਉਂਕਿ ਗੁਰੂ ਸਾਹਿਬ ਨੇ ਅੰਮ੍ਰਿਤ ਪਿਆਇਆ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਜਿਵੇਂ ਸੋ ਪੰਪਾ ਸਰ ਦੇ ਸਰੋਵਰ ਦੇ ਉੱਤੇ ਜਦ ਰਾਮਚੰਦਰ ਜੀ ਗਏ ਸੀ, ਸਾਧੂ ਸਾਰੇ ਰਿਸ਼ੀ ਮੁਨੀ ਕਹਿਣ ਲੱਗੇ ਇਹਦੇ 'ਚ ਕੀੜੇ ਬੜੇ ਪਏ ਆ, ਹਟਦੇ ਨਹੀਂ, ਸਰੋਵਰ ਵਿੱਚ ਕੋਈ ਫਿਰ ਨਹਾਉਂਦਾ ਨਹੀਂ। ਰਾਮਚੰਦਰ ਜੀ ਕਹਿਣ ਲੱਗੇ ਜੇ ਕੋਈ ਬ੍ਰਹਮ ਗਿਆਨੀ ਇਹ 'ਚ ਇਸ਼ਨਾਨ ਕਰੇ ਫਿਰ ਇਹ ਪਵਿੱਤਰ ਹੋ ਸਕਦਾ, ਫਿਰ ਇਹਦੇ ਕੀੜੇ ਮਰ ਸਕਦੇ ਆ। ਉਸ ਵਕਤ ਕਹਿੰਦੇ ਬ੍ਰਹਮ ਗਿਆਨੀ ਇੱਥੋਂ ਕਿੱਥੋਂ ਲਿਆਈਏ,
ਕਹਿੰਦੇ ਆ ਜਿਹੜੀ ਭੀਲਣੀ ਹੈ ਬ੍ਰਹਮ ਗਿਆਨੀ ਹੈ। ਬੜੇ ਹੈਰਾਨ ਜਿਹੇ ਹੋਏ ਸਾਰੇ ਰਿਸ਼ੀ ਮੁਨੀ। ਕਹਿੰਦੇ ਜੀ ਅਸੀਂ ਤਾਂ ਇਹਨੂੰ ਨੀਵੀਂ ਜਾਤ ਸਮਝਦੇ ਸੀ। ਕਹਿੰਦੇ ਤੁਹਾਡੇ ਖਿਆਲ 'ਚ ਨੀਵੀਂ ਜਾਤ ਨੂੰ ਗਿਆਨ ਨਹੀਂ ਹੁੰਦਾ? ਚਲੋ ਇਸ਼ਨਾਨ ਕਰਾਓ ਇਹਨੂੰ ਉੱਥੇ। ਜਦੋਂ ਭੀਲਣੀ ਨੇ ਇਸ਼ਨਾਨ ਕੀਤਾ, ਸਰੋਵਰ ਪਵਿੱਤਰ ਹੋ ਗਿਆ, ਕੀੜੇ ਕਿਰਮ ਸਭ ਖਤਮ ਹੋ ਗਏ। ਕਿਉਂ ਮਹਾਰਾਜ ਕਹਿੰਦੇ ਨੇ ਅਦਮ ਚੰਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਰੇ। ਸੋ ਜਿੰਨਾ ਚਿਰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਲਾਇਆ, ਉਹਨਾਂ ਚਿਰ ਸ਼ੂਦੀ ਤੇ ਰਜੋ ਗੁਣ ਬਿਰਤੀ ਤੋਂ ਸੋ ਅਦਮ ਚੰਡਾਲੀ ਭਈ ਤਮੋ ਗੁਣ ਬਿਰਤੀ ਹੋ ਰਹੀ ਸੀ। ਇਹ ਹੁਣ ਅੰਤਰੀਵ ਅਰਥ ਹੈ ਇਹਦਾ। ਜਦ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਰਸ ਪਿਆਇਆ ਤਾਂ ਬ੍ਰਾਹਮਣੀ ਸੀ ਸਤੋ ਗੁਣ। ਸਤੋ ਗੁਣ ਬਿਰਤੀ ਤੋਂ ਵੀ ਸ੍ਰੇਸ਼ਟ ਆਈ ਰੇ। ਸ੍ਰੇਸ਼ਟ ਬਿਰਤੀ ਕਹਿਣ ਤੋਂ ਭਾਵ ਨਿਰਗੁਣ ਬਿਰਤੀ ਹੋ ਗਈ, ਭਾਵ ਨਿਰਗੁਣ ਬ੍ਰਹਮ ਦੇ ਜਾਣਨ ਵਾਲੀ ਹੋ ਗਈ। ਦੂਸਰਾ ਭਾਵ ਅਰਥ ਇਉਂ ਵੀ ਜਿੰਨਾ ਚਿਰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਰਸ ਨਹੀਂ ਸੀ ਪਿਆਇਆ, ਉਦੋਂ ਤੱਕ ਬਿਰਤੀ ਸ਼ੂਦਰਾਣੀ ਤੋਂ ਵੀ ਨੀਚ ਚੰਡਾਲਣੀ ਹੋ ਰਹੀ ਸੀ। ਕਹਿਣ ਤੋਂ ਭਾਵ ਕਿ ਪਦਾਰਥਾਂ ਦੇ ਵਿਸ਼ੇ ਕਰਨ ਵਾਲੀ ਬਿਰਤੀ ਹੋ ਰਹੀ। ਜਦ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ, ਉਦੋਂ ਬਿਰਤੀ ਬ੍ਰਾਹਮਣੀ ਤੋਂ ਵੀ ਸ੍ਰੇਸ਼ਟ ਹੋ ਗਈ, ਭਾਵ ਬ੍ਰਹਮ ਦੇ ਵਿਸ਼ੇ ਕਰਨ ਵਾਲੀ ਹੋ ਗਈ। ਪਾਤਾਲੀ ਆਕਾਸ਼ੀ ਸਖਣੀ ਲਹਿਬਰ ਬੂਝੀ ਖਾਈ ਰੇ। ਜਦ ਤੱਕ ਗੁਰਾਂ ਨੇ ਕਿਰਪਾ ਕਰ ਦ੍ਰਿਸ਼ਟੀ ਕਰਕੇ ਅੰਮ੍ਰਿਤ ਰਸ ਨਹੀਂ ਸੀ ਪਿਆਇਆ, ਉਦੋਂ ਤੱਕ ਪਤਾਲ ਅਤੇ ਆਕਾਸ਼ ਦੇ ਪਦਾਰਥਾਂ ਨੂੰ ਪਾ ਕੇ ਵੀ ਸਖਣੀ ਸੀ, ਖਾਲੀ ਹੋ ਰਹੀ ਸੀ। ਸਾਰਾ ਕੁਝ ਪ੍ਰਾਪਤ ਕਰਕੇ ਵੀ ਕਹਿੰਦੀ ਮੈਨੂੰ ਕੁਝ ਨਹੀਂ ਮਿਲਿਆ। ਅਤੇ ਜਦ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਪਿਆਇਆ, ਉਦੋਂ ਤ੍ਰਿਸ਼ਨਾ ਰੂਪੀ ਅਗਨੀ ਦੀ ਜਿਹੜੀ ਲਹਿਬਰ ਸੀ, ਲਾਟ ਸੀ, ਜੋ ਖਾ ਜਾਣੇ ਵਾਲੀ ਸੀ, ਜੋ ਧਾਰੀ ਹੋਈ ਸੀ, ਉਹ ਲਾਟ ਬੁਝ ਗਈ। ਦੂਜਾ ਭਾਵ ਅਰਥ ਇਹ ਵੀ ਆ, ਜਦ ਤੱਕ ਗੁਰਾਂ ਨੇ ਨਾਮ ਅੰਮ੍ਰਿਤ ਰਸ ਨਹੀਂ ਸੀ ਪਿਆਇਆ, ਉਦੋਂ ਤੱਕ ਇਹ ਜੀਵ ਇਸਤਰੀ ਪਤਾਲ ਅਤੇ ਆਕਾਸ਼ ਦੇ ਪਦਾਰਥਾਂ ਦੀ ਸਹੇਲੀ ਬਣ ਰਹੀ ਸੀ। ਜਦ ਗੁਰਾਂ ਨੇ ਨਾਮ ਅੰਮ੍ਰਿਤ ਰਸ ਪਿਆਇਆ, ਉਦੋਂ ਬਰ ਹੁੰਦਾ ਪਤੀ ਪਰਮਾਤਮਾ ਨੂੰ ਲਹ ਹੁੰਦਾ ਲੈਣਾ ਕੀਤਾ, ਤੇ ਬੂਝਣੇ ਯੋਗ ਆਤਮ ਵਸਤੂ ਨੂੰ ਬੁੱਝ ਕੇ ਖਾਈ ਰੇ, ਭਾਵ ਤ੍ਰਿਪਤ ਹੋ ਗਈ। ਕਾਮ ਆਦਿਕਾਂ ਨੂੰ ਖਾਈ ਤੋਂ ਭਾਵ ਅਭਾਵ ਕਰ ਦਿੱਤਾ ਉਹਨਾਂ ਦਾ। ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ। ਜਿੰਨਾ ਚਿਰ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਨਹੀਂ ਸੀ ਕੀਤੀ, ਉਹਨਾਂ ਚਿਰ ਘਰ ਦੀ ਬਿੱਲੀ ਨੂੰ ਕਹਿੰਦੇ ਹੋਰ ਹੀ ਜਿਹੜੀ ਸੀ ਸਿੱਖਿਆ ਆ ਰਹੀ ਸੀ। ਕਹਿੰਦੇ ਉਹ ਚੂਹਿਆਂ ਨੂੰ ਹੀ ਖਾਈ ਜਾਂਦੀ ਸੀ। ਜਦ ਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹ ਚੂਹਾ ਦੇਖ ਕੇ ਡਰਨ ਲੱਗ ਪਈ। ਅੰਤਰੀਵ ਅਰਥ ਕੀ ਹੈ? ਜਿੰਨਾ ਚਿਰ ਗੁਰਾਂ ਨੇ ਅੰਮ੍ਰਿਤ ਰਸ ਨਹੀਂ ਸੀ ਪਿਆਇਆ, ਉਹਨਾਂ ਚਿਰ ਸਰੀਰ ਘਰ ਦੀ ਜਿਹੜੀ ਬਿੱਲੀ ਸੀ, ਇਹ ਬਿੱਲੀ ਅੰਦਰ ਕਿਹੜੀ ਆਪਣੀ ਬੁੱਧੀ, ਹਉਮੈ ਹੋਣ ਕਰਕੇ ਬੁੱਧੀ ਨੂੰ ਕਹਿੰਦੇ ਨੇ ਬਿੱਲੀ। ਬੁੱਧੀ ਨੂੰ ਹੋਰ ਹੀ ਸਿੱਖਿਆ ਆ ਰਹੀ ਸੀ, ਭਾਵ ਪਦਾਰਥਾਂ ਨੂੰ ਹੀ ਦੇਖ ਦੇਖ ਕੇ ਖਾਈ ਜਾਂਦੀ ਸੀ। ਤੇ ਮੂਸਾ ਹੁੰਦਾ ਪਦਾਰਥ। ਇਸ ਬੁੱਧੀ ਨੂੰ ਦੇਖ ਕੇ ਡਰਦੇ ਸੀ ਕਿ ਸਾਨੂੰ ਇਹ ਅਭਾਵ ਕੀਤੀ ਜਾਂਦੀ, ਪਦਾਰਥ ਡਰਦੇ ਖਾਈ ਜਾਂਦੀ ਹੈ। ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਰਸ ਪਿਆਇਆ, ਤਾਂ ਘਰ ਦੀ ਬਿੱਲੀ ਜਿਹੜੀ ਸੀ ਬੁੱਧੀ ਨੂੰ ਹੋਰ ਹੀ ਸਿੱਖਿਆ ਆਈ, ਭਾਵ ਸ੍ਰੇਸ਼ਟ ਬੁੱਧੀ ਹੋ ਗਈ। ਹੁਣ ਪਦਾਰਥਾਂ ਰੂਪ ਚੂਹਿਆਂ ਨੂੰ ਦੇਖ ਕੇ ਬੁੱਧੀ ਡਰਨ ਲੱਗ ਪਈ ਵੀ ਇਹ ਕਾਹਨੂੰ ਇਕੱਠੇ ਕਰਨੇ ਆ ਜੇ ਨਾਲ ਹੀ ਨਹੀਂ ਜਾਣੇ। ਹੁਣ ਸਿਆਣੀ ਹੋ ਗਈ। ਅੱਜ ਕੈ ਵਸ ਗੁਰ ਕੀਨੋ ਕੇਹਰ ਕੂਕਰ ਤਿਨਹਿ ਲਗਾਈ ਰੇ ਰਹਾਓ। ਜਿੰਨਾ ਚਿਰ ਗੁਰਾਂ ਨੇ ਨਾਮ ਅੰਮ੍ਰਿਤ ਨਹੀਂ ਸੀ ਪਿਲਾਇਆ, ਉਦੋਂ ਤੱਕ ਵਿਚਾਰ ਰੂਪੀ ਅੱਜ ਹੁੰਦਾ ਬੱਕਰਾ ਜਿਹੜਾ ਸੀ ਨਾ, ਵਿਚਾਰ ਰੂਪੀ ਹੰਕਾਰ ਰੂਪੀ ਸ਼ੇਰ ਦੇ ਵਸੀਕਾਰ ਸੀ। ਅਤੇ ਕੂਕਰ ਹੈ ਇੰਦਰੀਆਂ ਆਪਣੀਆਂ। ਇੰਦਰੀਆਂ ਉਸਨੇ ਪਦਾਰਥਾਂ 'ਚ ਲਗਾ ਛੱਡੀਆਂ। ਕੂਕਰ ਹੈ ਰਸਨਾ ਉਹਨੇ ਮਾਸ ਸ਼ਰਾਬ ਆਦਿ ਖਾਣ ਪੀਣ 'ਚ ਲਗਾ ਛੱਡੀ ਸੀ। ਪਰ ਜਿਸ ਵੇਲੇ ਗੁਰੂ ਸਾਹਿਬ ਨੇ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਅੰਮ੍ਰਿਤ ਪਿਆਇਆ, ਤਾਂ ਹੰਕਾਰ ਰੂਪੀ ਸ਼ੇਰ ਵਿਚਾਰ ਰੂਪੀ ਬੱਕਰੇ ਦੇ ਵਸੀਕਾਰ ਕਰ ਦਿੱਤਾ। ਅਤੇ ਫਿਰ ਉਹਨੇ ਕੂਕਰ ਜਿਹੜੀ ਇੰਦਰੀਆਂ ਸੀ ਪਰਮਾਤਮਾ ਦੇ ਭਜਨ ਸਿਮਰਨ 'ਚ ਲਗਾ ਦਿੱਤੀਆਂ। ਇਹ ਸਰਵਣੋ ਮੇਰਿਓ ਸਾਚਾ ਸੁਣਨ ਨੂੰ ਪਠਾਏ, ਸਾਚਾ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਤਾਂ ਉਹਨੇ ਫਿਰ ਉਸ ਕੂਕਰ ਤੋਂ ਭਾਵ ਰਸਨਾ ਤ੍ਰਿਣ ਕੰਦ ਮੂਲ ਫੁੱਲ ਫਲ ਆਦਿਕਾਂ ਦੇ ਖਾਣ ਵਿੱਚ ਲਗਾਈ ਹੈ। ਇਉਂ ਮਹਾਰਾਜ ਨੇ ਅੰਤਰੀ ਭਾਵ ਵੀ ਦਿੱਤੇ ਨਾਲ ਨਾਲ। ਪਹਿਲਾਂ ਸਤਿਗੁਰੂ ਪ੍ਰਤੱਖ ਦੱਸਦੇ ਨੇ, ਫਿਰ ਦਾ ਦ੍ਰਿਸ਼ਟਾਂਤ। ਸੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਬਾਜ ਥੂਨੀਆਂ ਛਪਰਾ ਥਾਮਿਆ ਨਿਘਰਿਆ ਕਰ ਪਾਇਆ ਰੇ। ਜਿੰਨਾ ਚਿਰ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਆਇਆ, ਉਦੋਂ ਤੱਕ ਸਰੀਰ ਰੂਪ ਛੱਪਰੇ ਨੂੰ ਥੂਨੀਆਂ ਹੁੰਦਾ, ਥੰਮੀਆਂ ਕਰਕੇ ਥੰਮਦਾ ਸੀ।
ਕਦੇ ਕਿਸੇ ਦਾ ਆਸਰਾ, ਕਦੇ ਕਿਸੇ ਦਾ ਆਸਰਾ ਲੈਂਦਾ ਸੀ ਅਤੇ ਨਿਘਰਿਆ ਭਾਵ ਸਰੂਪ ਘਰ ਤੋਂ ਰਹਿਤ ਹੋ ਰਿਹਾ ਸੀ ਉਦੋਂ ਤੱਕ। ਜਦ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ, ਉਦੋਂ ਆਸਾ ਤੇ ਤ੍ਰਿਸ਼ਨਾ ਰੂਪ ਥੰਮੀਆਂ ਤੋਂ ਬਿਨਾਂ ਹੀ ਸਰੀਰ ਰੂਪ ਛੱਪਰੇ ਨੂੰ ਥੰਮਿਆ। ਕਹਿਣ ਤੋਂ ਭਾਵ ਪ੍ਰਾਰਬਧ ਉੱਤੇ ਸ਼ਾਕਰ ਰੱਖਿਆ ਤੇ ਜੋ ਨਿਘਰਾ ਜੋ ਜੀਵ ਸੀ ਉਹਨੇ ਸਰੂਪ ਘਰ ਦੀ ਪ੍ਰਾਪਤੀ ਕਰ ਲਈ। ਬਿਨ ਜੜੀਏ ਲੈ ਜੜਿਓ ਜੜਾਵਾ ਥੇਵਾ ਆਚਰਜ ਲਾਇਆ ਰੇ। ਬਿਨ ਜੜੀਏ ਤੋਂ ਭਾਵ ਜਿੰਨਾ ਚਿਰ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਆਇਆ, ਉਦੋਂ ਤੱਕ ਇਹ ਜੀਵ ਬਿਨ ਜੜੀਏ ਸੀ, ਭਾਵ ਸ਼ੁਭ ਗੁਣਾ ਰੂਪੀ ਜੜਾਓਪਣੇ ਤੋਂ ਬਿਨਾਂ ਸੀ। ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ ਤਾਂ ਸ਼ੁਭ ਗੁਣਾਂ ਦਾ ਜੜਾਓ ਲੈ ਕੇ ਜੜ ਦਿੱਤਾ। ਲੈ ਜੜਿਓ ਜੜਾਵਾ ਥੇਵਾ ਆਚਰਜ ਲਾਇਆ ਰੇ। ਅਤੇ ਅਚਰਜ ਪ੍ਰੇਮ ਰੂਪੀ ਥੇਵਾ ਹੁੰਦਾ ਨਗ ਵਿੱਚ ਜੜ ਦਿੱਤਾ। ਬਿਨ ਜੜੀਏ ਜੋ ਗੁਰੂ ਹਨ, ਜਿਨ੍ਹਾਂ ਨੇ ਆਪਣਾ ਮਨ ਸੰਸਾਰ 'ਚ ਨਹੀਂ ਜੋੜਿਆ, ਉਹਨਾਂ ਨੇ ਜਿਸ ਵੇਲੇ ਸ਼ੁਭ ਗੁਣਾਂ ਦਾ ਜੜਾਓ ਲੈ ਕੇ ਜੜਿਆ ਤੇ ਗਿਆਨ ਰੂਪੀ ਅਚਰਜ ਥੇਵਾ ਲਾਇਆ। ਦਾਦੀ ਦਾਦ ਨਾ ਪਹੁੰਚਨਿਹਾਰਾ ਚੂਪੀ ਨਿਰਨਉ ਪਾਇਆ ਰੇ। ਜਿੰਨਾ ਚਿਰ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਆਇਆ, ਉਹਨਾਂ ਚਿਰ ਇਹ ਦਾਦੀ ਹੋ ਕੇ ਭਾਵ ਫਰਿਆਦੀ ਹੋ ਕੇ ਫਰਿਆਦ ਕਰਦਾ ਸੀ, ਦਾਦੀ। ਪਰ ਉਸ ਫਰਿਆਦ ਦੇ ਪਹੁੰਚਾਉਣ ਵਾਲਾ ਕੋਈ ਨਹੀਂ ਸੀ। ਫਿਰ ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ ਤੇ ਚੂਪੀ ਹੁੰਦਾ ਚੁੱਪ, ਸ਼ਾਂਤੀ ਨੂੰ ਧਾਰ ਕੇ ਜਿਸ ਦਾ ਨਿਰਣਾ ਕਰਦੇ ਸੀ, ਜਦ ਉਹਨੂੰ ਪਾਇਆ ਤਦ ਨਾ ਫਰਿਆਦ ਰਹੀ, ਨਾ ਹੀ ਫਰਿਆਦ ਦੇ ਕਰਨ ਵਾਲਾ ਰਿਹਾ ਤੇ ਨਾ ਹੀ ਫਰਿਆਦ ਦੇ ਪਹੁੰਚਾਉਣ ਵਾਲਾ ਰਿਹਾ, ਨਾ ਹੀ ਦਾਦੀ ਦਾਦਾ ਰਿਹਾ। ਫਿਰ ਮਾਲ ਦੁਲੀਚੈ ਬੈਠੀ ਲੈ ਮਿਰਤਕ ਨੈਣ ਦਿਖਾਲਨ ਧਾਇਆ ਰੇ। ਜਿੰਨਾ ਚਿਰ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਨਹੀਂ ਸੀ ਪਿਆਇਆ, ਉਹਨਾਂ ਚਿਰ ਮਾਲ ਤੇ ਦੁਲੀਚੈ ਭਾਵ ਗਲੀਚਿਆਂ ਨੂੰ ਲੈ ਕੇ ਬੁੱਧੀ ਬੈਠੀ ਸੀ, ਪਰਮਾਤਮਾ ਵਾਲੇ ਪਾਸਿਓਂ ਮਰੀ ਹੋਈ ਸੀ ਤੇ ਨੇਤਰਾਂ ਦਾ ਦਿਖਾਵਾ ਜੋ ਸੰਸਾਰ ਹੈ ਇਹਦੇ ਵੱਲ ਮਨ ਦੌੜਦਾ ਸੀ। ਜਿਸ ਵੇਲੇ ਗੁਰਾਂ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਪਿਆਇਆ ਤਾਂ ਵਿਰਾਗ ਵਿਵੇਕ ਆਦਿ ਸ਼ੁਭ ਗੁਣਾ ਰੂਪੀ ਮਾਲ ਤੇ ਗਲੀਚਿਆਂ ਨੂੰ ਲੈ ਕੇ ਬੁੱਧੀ ਬੈਠੀ ਤੇ ਜੀਵਤ ਭਾਵ ਤੋਂ ਮਰੀ। ਉਦੋਂ ਅੱਖਾਂ ਦਾ ਦਿਖਾਵਾ ਜੋ ਸੰਸਾਰ ਸੀ ਉਹ ਖਤਮ ਹੋ ਗਿਆ। ਸੋਈ ਅਜਾਣ ਕਹਿ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। 382 ਅੰਗ ਤੇ ਫਰਮਾਉਂਦੇ ਨੇ ਕਿ ਜਿਹੜਾ ਜੀਵ ਕਹਿੰਦਾ ਕਿ ਮੈਂ ਬ੍ਰਹਮ ਨੂੰ ਜਾਣ ਲਿਆ, ਉਹ ਅਣਜਾਣ ਹੈ, ਅਗਿਆਤ ਹੈ, ਕਿਉਂਕਿ ਜਾਣਨ ਹਾਰਾ ਪ੍ਰਭੂ ਕੋਈ ਛਾਨਾ ਦਾ ਅਰਥ ਹੁੰਦਾ ਛੁਪਿਆ ਨਹੀਂ। ਇਹ ਪੰਕਤੀ ਆਉਂਦੀ ਜਿਵੇਂ ਗੁੱਜੀ ਛੰਨੀ ਨਾਹੀਂ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ। ਗੁੱਜੀ ਛੰਨੀ, ਗੁੱਜਾ ਛਿਪਿਆ ਹੋਣਾ। ਕਹੋ ਨਾਨਕ ਗੁਰ ਅਮਿਓ ਪੀ ਆਇਆ, ਰਸਕ ਰਸਕ ਬਿਗਸਾਨਾ ਰੇ। ਮਹਾਰਾਜ ਕਥਨ ਕਰਦੇ ਜਿਸ ਵੇਲੇ ਗੁਰਾਂ ਨੇ ਨਾਮ ਅੰਮ੍ਰਿਤ ਪਿਲਾਇਆ ਨਾ ਤਾਂ ਮਨ ਰਸਕ ਹੁੰਦਾ, ਪ੍ਰੇਮ ਵਿੱਚ ਰਸਕ ਹੁੰਦਾ, ਤਦਾਕਾਰ ਹੋ ਕੇ ਖਿੜ ਗਿਆ। ਆਸਾ ਮਹੱਲਾ ਪੰਜਵਾ। ਬੰਧਨ ਕਾਟ ਵਿਸਾਰੇ ਔਗਨ, ਆਪਣਾ ਬਿਰਦ ਸੰਭਾਰਿਆ। ਸੰਭਾਰਿਆ ਤਾਂ ਕਿਹਾ ਕਿ ਥੱਲੇ ਹਲੰਤ ਲੱਗੀ ਹੈ, ਭਾਰਾ ਕਰਕੇ ਬੋਲਣਾ। ਧੰਨ ਹੈ, ਧੰਨ ਸੱਚੇ ਪਾਤਸ਼ਾਹ ਹਨ। ਜਿਸ ਵੇਲੇ ਉਹਨਾਂ ਨੇ ਆਪਣਾ ਬਿਰਦ ਹੁੰਦਾ ਧਰਮ ਸੰਭਾਲਿਆ, ਉਦੋਂ ਸਿੱਖਾਂ ਦੇ ਔਗਣ ਵਿਸਾਰ ਕੇ ਜਨਮ ਮਰਨ ਰੂਪ ਸਾਰੇ ਬੰਧਨ ਕੱਢ ਦਿੱਤੇ। ਬਿਰਦ ਹੁੰਦਾ ਜਿਵੇਂ ਮਾਤਾ ਦਾ, ਗਿੱਲਾ ਹੋ ਜਾਏ ਨਿਆਣਾ ਬੱਚੇ ਨੂੰ ਫਟ ਫਟ ਸੁੱਕੇ ਤੇ ਪਾ ਦਿੰਦੀ ਹੈ, ਤੋ ਇਸ ਪ੍ਰਕਾਰ ਜਿਵੇਂ ਮਾਤਾ ਦਾ ਬਿਰਦੀ ਆ ਨਿਆਣੇ ਨੂੰ ਪਾਲਣਾ। ਸਤਿਗੁਰੂ ਜੀ ਸਾਨੂੰ ਬੱਚਿਆਂ ਨੂੰ ਇਉਂ ਪਾਲਦੇ ਨੇ। ਹੋਏ ਕਿਰਪਾਲ ਮਾਤ ਪਿਤ ਨਿਆਈ, ਬਾਰਿਕ ਜਿਉਂ ਪ੍ਰਤਪਾਰਿਆ। ਕਿਉਂਕਿ ਮਾਤਾ ਪਿਤਾ ਦੀ ਨਿਆਈ ਕਿਰਪਾਲੂ ਹੋ ਕੇ ਬੱਚੇ ਵਾਂਗ ਪਾਲਣਾ ਕੀਤੀ ਹੈ। ਗੁਰ ਸਿੱਖ ਰਾਖੇ ਗੁਰ ਗੋਪਾਲ। ਗੋਪਾਲ ਹੁੰਦਾ ਧਰਤੀ ਦੀ ਪਾਲਣਾ ਕਰਨ ਵਾਲੇ। ਗੋਪਾਲ ਰੂਪ ਸਤਿਗੁਰੂ ਨੇ ਗੁਰਸਿੱਖ ਦੇ ਰੱਖਿਅਕ ਹਨ। ਮਹਾਰਾਜ ਸੱਚੇ ਪਾਤਸ਼ਾਹ ਆਪ ਹਮੇਸ਼ਾ ਸਾਡੀ ਰੱਖਿਆ ਕਰਦੇ ਨੇ, ਧਿਆਨ ਰੱਖਦੇ ਨੇ ਸਾਡਾ, ਕਿਉਂਕਿ ਵਿਆਪਕ ਹਨ, ਇਸ ਕਰਕੇ ਉਹਨਾਂ ਨੂੰ ਕੋਈ ਔਖਾ ਵੀ ਨਹੀਂ। ਕਾਢ ਲੀਏ ਮਹਾਭਵਜਲ ਤੇ ਆਪਣੀ ਨਦਰ ਨਿਹਾਲ ਰਹਾਓ। ਜਿਨ੍ਹਾਂ ਨੇ ਆਪਣੀ ਨਿਹਾਲ ਹੁੰਦਾ ਕਿਰਪਾ ਦ੍ਰਿਸ਼ਟੀ ਨਾਲ ਮਹਾਭਵਜਲ ਸੰਸਾਰ ਤੋਂ ਸਾਨੂੰ ਕੱਢ ਲਿਆ। ਆਪਣੀ ਨਦਰ ਨਿਹਾਲ ਭਾਵ ਨਦਰ ਦੇ ਨਾਲ ਨਿਹਾਲ ਹੁੰਦਾ ਦੇਖਣਾ, ਤੱਕ ਕੇ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਵਿਦਾਰਿਓ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਜਾ ਕੈ ਸਿਮਰਨ ਜਮ ਤੇ ਛੁਟੀਐ, ਹਲਤ ਪਲਤ ਸੁਖ ਪਾਈਐ।
ਜਿਹਦੇ ਸਿਮਰਨ ਕਰਨੇ ਕਰਕੇ ਜਮਾਂ ਤੋਂ ਛੁੱਟ ਜਾਈਦਾ ਹੈ ਅਤੇ ਲੋਕ ਪਰਲੋਕ ਦੇ ਵਿੱਚ ਜਾ ਕੇ ਆਤਮਿਕ ਆਨੰਦ ਮਿਲਦਾ ਦੋਨੋਂ ਪਾਸੇ ਹੀ। ਸਾਸ ਗਿਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈ ਹੈ। ਉਹ ਪਰਮੇਸ਼ਰ ਦੇ ਜਪ ਨੂੰ ਰਸਨਾ ਦੇ ਨਾਲ ਜਪਣਾ ਕਰੋ। ਪਹਿਲਾਂ ਸਵਾਸ ਅਤੇ ਗਰਾਸ ਭੋਜਨ ਖਾਂਦਿਆਂ ਨੇਤਾ ਪ੍ਰਤੀ ਉਹਦੇ ਗੁਣ ਗਾਉਣਾ ਕਰੋ। ਸਵਾਸ ਸੇ ਤੇ ਗਰਾਸ, ਸਵਾਸ ਹੁੰਦਾ ਬਾਹਰ ਨੂੰ, ਗਰਾਸ ਹੁੰਦਾ ਜਿਹੜਾ ਅੰਦਰ ਨੂੰ ਲੈਂਦੇ ਆ। ਆਉਂਦੇ ਜਾਂਦੇ ਨਾਲ ਕਰੋ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਸਾਹ ਨਾਲ ਵਾਹਿਗੁਰੂ ਜੋੜ ਲਓ, ਫਿਰ ਹੈਬਿਟ ਹੋ ਜਾਂਦੀ ਹੈ। ਪਹਿਲਾਂ ਪਹਿਲਾਂ 2-4-6 ਮਹੀਨੇ ਲੱਗਦੇ ਆ, ਫਿਰ ਜਦੋਂ ਸਾਹ ਲੈਣਾ ਬੈਠੇ ਵੀ ਪੈਂਦੇ ਵੀ ਉਹ ਆਪੇ ਹੀ ਹੋਈ ਜਾਂਦਾ। ਫਿਰ ਸੁਭਾਅ ਜਿਹਾ ਬਣ ਜਾਂਦਾ ਬੰਦੇ ਨੂੰ ਕਿ ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ ਕਹਿਣਾ। ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁੱਖ ਨਾਠੇ। ਹੁਣ ਜਿਨ੍ਹਾਂ ਨੇ ਸਤ ਸੰਗਤ ਦੁਆਰਾ ਪ੍ਰੇਮਾ ਭਗਤੀ ਕਰਕੇ ਪਰਮ ਪਦ ਹੁੰਦਾ ਆਤਮਿਕ ਪਦ ਨੂੰ ਪਾਇਆ, ਉਹਦੇ ਸਾਰੇ ਹੀ ਦੁੱਖ ਦੂਰ ਹੋ ਗਏ। ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ ਹਰ ਧਨ ਨਿਰਮਲ ਗਾਂਠੇ। ਜਿਹਦੀ ਬੁੱਧੀ ਰੂਪ ਗੰਢ ਵਿੱਚ ਹਰੀ ਨਾਮ ਰੂਪੀ ਨਿਰਮਲ ਧਨ ਹੈ, ਬਸ ਗਿਆ ਹੈ, ਉਹ ਛਿਜੈ ਨਾ ਜਾਏ, ਉਹ ਨਾਸ ਨਹੀਂ ਹੁੰਦਾ, ਕਿਉਂਕਿ ਨਾਮ ਨਹੀਂ ਨਾਸ ਹੁੰਦਾ। ਅਤੇ ਇਸ ਕਰਕੇ ਨਾਸ ਨਹੀਂ ਹੋ ਜਾਂਦਾ ਅਤੇ ਨਾ ਹੀ ਉਹ ਕੁਛ ਡਰ ਵਿਆਪੇ, ਉਹਨੂੰ ਕੋਈ ਡਰ ਲੱਗਦਾ, ਕਿਉਂਕਿ ਵਾਹਿਗੁਰੂ ਨਿਰਭਉ ਹੈ, ਵਾਹਿਗੁਰੂ ਨਿਰਵੈਰ ਹੈ। ਜਿਉਂ ਜਿਉਂ ਆਪਾਂ ਵਾਹਿਗੁਰੂ ਦਾ ਰੂਪ ਬਣਦੇ ਜਾਂਦੇ ਸਿਮਰਨ ਕਰਨ ਦੇ ਨਾਲ ਉਹੀ ਜੀ ਸਾਰੀਆਂ ਗੱਲਾਂ ਆਪਣੇ ਵਿੱਚ ਆਪੇ ਹੀ ਆ ਜਾਂਦੀਆਂ ਨੇ। ਅੰਤ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਣ ਹਾਰੇ। ਇਤ ਉਤ ਹੁੰਦਾ ਲੋਕ ਪਰਲੋਕ 'ਚ ਰੱਖਣ ਵਾਲੇ। ਵਾਹਿਗੁਰੂ ਅੰਤ ਦੇ ਸਮੇਂ ਆਪ ਹੀ ਭਗਤਾਂ ਦੇ ਸਹਾਈ ਹੋਏ ਨੇ। ਪ੍ਰਾਨ ਮੀਤ ਹੀਤ ਤਨ ਮੇਰਾ ਨਾਨਕ ਸਦ ਬਲਿਹਾਰੇ। ਮਹਾਰਾਜ ਕਥਨ ਕਰਦੇ ਨੇ ਮੇਰੇ ਤਾਂ ਪ੍ਰਾਣਾਂ ਦਾ ਮਿੱਤਰ ਹੀਤ ਹਿਤੂ ਅਤੇ ਧਨ ਸਭ ਵਾਹਿਗੁਰੂ ਹੀ ਹੈ, ਮੈਂ ਉਸ ਤੋਂ ਬਲਿਹਾਰ ਜਾਵਾਂ। ਆਸਾ ਮਹੱਲਾ ਪੰਜਵਾ। ਜਾ ਤੂੰ ਸਾਹਿਬ ਤਾਂ ਭਉ ਕੇਹਾ ਹਉ ਤੁਧ ਬਿਨ ਕੇਸੋ ਸਾਲਾਹੀ। ਇਹ ਪਰਮੇਸ਼ਰ ਜਦ ਤੂੰ ਮੇਰਾ ਮਾਲਕ ਹੈ ਫਿਰ ਮੈਨੂੰ ਕਿਹਦਾ ਡਰ ਹੈ। ਮੈਂ ਆਪ ਤੋਂ ਬਿਨਾਂ ਹੋਰ ਕਿਹਨੂੰ ਸਲਾਹਾਂ, ਹੋਰ ਸਲਾਹੁਣੇ ਯੋਗ ਕਿਹੜਾ, ਕਿਉਂਕਿ ਜਿਹਨੂੰ ਸਲਾਹੁਣਾ ਉਹ ਤਾਂ ਨਾਸਵੰਤ ਹੈ। ਇੱਕ ਤੂੰ ਹੀ ਹੈ ਜਿਹੜਾ ਨਾਸ ਨਹੀਂ ਹੁੰਦਾ। ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਧ ਬਿਨ ਦੂਜਾ ਨਾਹੀਂ। ਜਾਂ ਤੂੰ ਇੱਕ ਮੈਨੂੰ ਪ੍ਰਾਪਤ ਹੋ ਗਿਆ ਤਾਂ ਸਭ ਕੁਛ ਮੈਨੂੰ ਪ੍ਰਾਪਤ ਹੋ ਗਿਆ। ਮੇਰਾ ਆਪ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਬਾਬਾ ਵਿਖ ਦੇਖਿਆ ਸੰਸਾਰ। ਇਹ ਸਰਬ ਗੁਣਾਂ ਦੇ ਬਾਬਾ ਪਿਤਾ ਰੂਪ ਪਰਮਾਤਮਾ, ਇਹ ਸੰਸਾਰ ਜਿੰਨਾ ਮੈਂ ਤੁਰ ਫਿਰ ਕੇ ਦੇਖਿਆ ਜਾਂ ਵਿਚਾਰਿਆ, ਇਹ ਸਾਰਾ ਹੈ ਤਾਂ ਵੈਸੇ ਵਿਆਹ ਰੂਪ ਹੀ ਹੈ, ਜ਼ਹਿਰ ਹੀ ਹੈ ਸਾਰੀ। ਇਸ ਕਰਕੇ ਇਹ ਸੰਸਾਰ ਜ਼ਹਿਰ ਚੋਂ ਮੇਰੀ ਰੱਖਿਆ ਕਰੋ। ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ। ਇਹ ਮੇਰੇ ਮਾਲਕ ਆਪ ਮੇਰੀ ਰੱਖਿਆ ਕਰੋ, ਮੈਂ ਤਾਂ ਇੱਕ ਤੁਹਾਡੇ ਆਸਰੇ ਹੀ ਹਾਂ, ਬਸ ਤੁਹਾਡਾ ਹੀ ਆਸਰਾ ਗ੍ਰਹਿਣ ਕੀਤਾ। ਵਿਸ਼ਰਾਮ ਦੇ ਕੇ ਕਹਿੰਦੇ ਨੇ ਜਾਣ ਹੈ ਬਿਰਥਾ ਸਭਾ ਮਨ ਕੀ ਹੋਰ ਕਿਸ ਪਹਿ ਆਖ ਸੁਣਾਈ ਹੈ। ਹੇ ਪਰਮੇਸ਼ਰ ਜੀ ਤੂੰ ਮੇਰੇ ਮਨ ਦੀ ਸਭ ਹਾਲਤ ਜਾਣਦਾ, ਇਸ ਲਈ ਮੈਨੂੰ ਸੋ ਤੁਹਾਨੂੰ ਛੱਡ ਕੇ ਹੋਰ ਕਿਹਦੇ ਪਾਸ ਆਖ ਕੇ ਜਾ ਕੇ ਸੁਣਾਵਾਂ। ਜਾਣ ਹੈ ਬਿਰਥਾ ਸਭਾ, ਸਭਾ ਨਹੀਂ ਕਹਿਣਾ, ਸਭਾ ਹੋਰ ਚੀਜ਼ ਹੁੰਦੀ ਹੈ। ਸੰਤ ਸਭਾ, ਸਿੱਧ ਸਭਾ, ਸਿੰਘ ਸਭਾ। ਸੋ ਜਾਣ ਹੈ ਬਿਰਥਾ ਸਭਾ ਮਨ ਕੀ ਵਿਣ ਨਾਵੈ ਸਭ ਜਗ ਬਉਰਾਇਆ। ਨਾਮ ਮਿਲੈ ਸੁਖ ਪਾਈਐ। ਨਾਮ ਤੋਂ ਬਿਨਾਂ ਸਾਰਾ ਜਗਤ ਜਿਹੜਾ ਸੰਸਾਰ ਹੈ ਝੱਲਾ ਹੀ ਹੋ ਰਿਹਾ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਸੋ ਆਪ ਦਾ ਨਾਮ ਜਪਣਾ ਮਿਲੇ ਤਾਈਓ ਸੁਖ ਪ੍ਰਾਪਤ ਕਰੀਦਾ ਹੈ। ਕਿਆ ਕਹੀਐ ਕਿਸੇ ਆਖ ਸੁਣਾਈਐ ਜੇ ਕਹਿਣਾ ਸੋ ਪ੍ਰਭ ਜੀ ਪਾਸ। ਇਹ ਵਾਹਿਗੁਰੂ ਹੋਰ ਕੀ ਕਿਹਨੂੰ ਆਖ ਕੇ ਮੁੱਖ ਦੁਆਰਾ ਸੁਣਾਈਏ, ਕੀ ਬੇਨਤੀਆਂ ਕਰੀਏ। ਅਸੀਂ ਤਾਂ ਜੋ ਕੁਝ ਕਹਿਣਾ ਉਹ ਸਭ ਤੁਹਾਡੇ ਕੋਲ ਹੀ ਕਹਿਣਾ, ਬਸ ਸਾਡਾ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਸਭ ਕੁਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ। ਕਿਉਂਕਿ ਤੁਹਾਡਾ ਕੀਤਾ ਹੋਇਆ ਜੋ ਹੁਕਮ ਹੈ ਉਸ ਅਨੁਸਾਰ ਹੀ ਸਭ ਕੁਝ ਵਰਤ ਰਿਹਾ। ਇਸ ਕਰਕੇ ਮੈਨੂੰ ਸਦਾ ਸਦਾ ਤੁਹਾਡੇ ਉੱਤੇ ਹੀ ਇੱਕ ਆਸ ਲੱਗੀ ਹੋਈ ਹੈ। ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਤੁਤ ਤੁਝੈ ਧਿਆਉ। ਹੁਣ ਜੇ ਤੁਸੀਂ ਸਾਨੂੰ ਵਡਿਆਈ ਬਖਸ਼ ਦਿੰਦੇ ਹੋ
ਇਹ ਵੀ ਤੁਹਾਡੀ ਵਡਿਆਈ ਹੈ। ਜੇ ਸਾਡਾ ਕੋਈ ਕਹੂਗਾ ਵੀ ਉਹ ਫਲਾਨਾ ਗੁਰਸਿੱਖ ਆਏ ਹੈ ਤਾਂ ਉਹ ਵੀ ਤੁਹਾਨੂੰ ਹੀ ਹੈ, ਕਿਉਂਕਿ ਪਹਿਲਾਂ ਤੁਹਾਡਾ ਨਾਂ ਆਉਂਦਾ ਗੁਰ, ਬਾਅਦ 'ਚ ਆਉਂਦਾ ਸਿੱਖ। ਇਸ ਕਰਕੇ ਜੇ ਕੋਈ ਗਲਤੀ ਕਰਦਾ ਗੁਰਸਿੱਖ ਫਿਰ ਵੀ ਗੁਰੂ ਦਾ ਨਾਂ ਬਦਨਾਮ ਹੁੰਦਾ। ਇਹ ਬਲਾਨੇ ਲੈ ਵੀ ਇਹ ਚੰਗਾ ਗੁਰ ਸਿੱਖ ਹੈ, ਗੁਰੂ ਦਾ ਨਾਂ ਤਾਂ ਪਹਿਲਾਂ ਆ ਗਿਆ ਨਾ। ਇਸ ਕਰਕੇ ਜੇ ਤੁਸੀਂ ਮੈਨੂੰ ਵਡਿਆਈ ਦਿੰਦੇ ਹੋ, ਤੁਸੀਂ ਮੈਨੂੰ ਚੰਗੀ ਚੰਗੀ ਵਡਿਆਈ ਦਿਓਗੇ, ਤੁਹਾਡਾ ਹੀ ਨਾਂ ਆਉਣਾ, ਤੁਹਾਡੀ ਵਡਿਆਈ ਹੈ। ਕਹੋ ਨਾਨਕ ਸਾਹਿਬ ਤੇਰੀ ਵਡਿਆਈ, ਕੋਈ ਨਾਂ ਨਾ ਜਾਣਾ ਮੇਰਾ। ਮੈਂ ਤਾਂ ਇੱਧਰ ਉੱਧਰ ਲੋਕ ਪਰਲੋਕ ਵਿੱਚ ਆਪ ਜੀ ਨੂੰ ਧਿਆਉਂਦਾ। ਨਾਨਕ ਕੇ ਪ੍ਰਭ ਸਦਾ ਸੁਖ ਦਾਤੇ, ਮੈਂ ਤਾਣ ਤੇਰਾ ਇੱਕ ਨਾਉ। ਇਹ ਮੇਰੇ ਵਾਹਿਗੁਰੂ, ਆਪ ਸਦਾ ਹੀ ਸੁੱਖਾਂ ਦੇ ਦੇਣ ਵਾਲੇ ਹੋ। ਮੈਨੂੰ ਤਾਂ ਇੱਕ ਤੇਰੇ ਨਾਮ ਦਾ ਹੀ ਤਾਣ ਹੈ, ਬਸ ਬਲ ਹੈ ਤੁਹਾਡੇ ਨਾਮ ਦਾ। ਆਸਾ ਮਹੱਲਾ ਪੰਜਵਾ। ਅੰਮ੍ਰਿਤ ਨਾਮ ਤੁਮਹਾਰਾ ਠਾਕੁਰ, ਇਹੋ ਮਹਾਰਸ ਜਨ ਹੈ ਪੀਓ। ਪੰਜਵੇਂ ਪਾਤਸ਼ਾਹ ਆਸਾ ਰਾਗ ਫਰਮਾਉਂਦੇ ਨੇ, ਹੇ ਠਾਕੁਰ ਪ੍ਰਮਾਤਮਾ ਮਾਲਕ, ਤੁਹਾਡਾ ਜੋ ਨਾਮ ਅੰਮ੍ਰਿਤ ਹੈ ਨਾ, ਇਸੇ ਨੂੰ ਮਹਾਰਸਦਾਇਕ ਜਾਣ ਕੇ ਮੈਂ ਜਨ ਨੇ ਪੀਣਾ ਕੀਤਾ। ਇਹ ਨਾਮ ਅੰਮ੍ਰਿਤ ਦੇ ਪੀਣ ਕਰਕੇ ਜਨਮ ਜਨਮ ਚੂਕੇ ਭੈ ਭਾਰੇ, ਦੁਰਤ ਬਿਨਾਸਿਓ ਭਰਮ ਬੀਓ। ਜਨਮਾਂ ਜਨਮਾਂਤਰਾਂ ਦੇ ਭਾਰੀ ਜਿਹੜੇ ਭੈ ਸੀ ਨਾ, ਡਰ, ਉਹ ਖਤਮ ਹੋ ਗਏ, ਚੁੱਕ ਗਏ ਹੁਣ। ਅਤੇ ਦੁਰਤ ਜਿਹੜੇ ਪਾਪ ਸੀ ਅਤੇ ਜਿਹੜਾ ਭਰਮ ਸੀ, ਬੀਓ ਹੁੰਦਾ ਦਵੈਤ, ਦਵੈਤ ਭਾਵ ਵੀ ਮੇਰਾ ਨਾਸ ਹੋ ਗਿਆ ਜੀ। ਦਰਸ਼ਨ ਪੇਖਤ ਮੈਂ ਜੀਓ। ਹੇ ਸੁਆਮੀ ਮਾਲਕ, ਮੈਂ ਆਪ ਦਾ ਦਰਸ਼ਨ ਵੇਖ ਕੇ ਜਿਉਂਦਾ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੁਨ ਕਰ ਬਚਨ ਤੁਮਾਰੇ ਸਤਿਗੁਰ, ਮਨ ਤਨ ਮੇਰਾ ਠਾਰਥੀਓ ਰਹਾਓ। ਸਤਿਗੁਰਾਂ ਪਾਸੋਂ ਆਪ ਦੀ ਪ੍ਰਾਪਤੀ ਦੇ ਬਚਨ ਸੁਣ ਕੇ ਨਾ ਮੇਰਾ ਮਨ ਅਤੇ ਤਨ ਠਾਰਥੀਓ ਠੰਡਾ ਹੋ ਗਿਆ। ਗੁਰਾਂ ਦੇ ਬਚਨ ਸੁਣ ਲਏ ਜੋ ਤੁਹਾਡੇ ਪਰਮੇਸ਼ਰ ਜੀ ਵਿਸ਼ਰਾਮ ਦੇ ਕੇ ਕਹਿੰਦੇ ਨੇ, ਤੁਮਰੀ ਕਿਰਪਾ ਤੇ ਭਇਓ ਸਾਧ ਸੰਗ, ਇਹੋ ਕਾਜ ਤੁਮ ਆਪ ਕੀਓ। ਹੇ ਸੁਆਮੀ ਜੀ, ਆਪ ਦੀ ਕਿਰਪਾ ਨਾਲ ਹੀ ਸੰਤਾਂ ਦਾ ਸੰਗ ਮੈਨੂੰ ਪ੍ਰਾਪਤ ਹੋਇਆ, ਪਰ ਇਹ ਕਾਰਜ ਤੁਸੀਂ ਆਪ ਹੀ ਕੀਤਾ। ਦਿੜ ਕਰ ਚਰਨ ਗਏ ਪ੍ਰਭ ਤੁਮਰੇ, ਸਹਿਜੇ ਵਿਖਿਆ ਭਈ ਖੀਓ। ਹੇ ਪ੍ਰਭੂ, ਆਪ ਦੇ ਚਰਨ ਕਮਲ ਮੈਂ ਤਾਂ ਦਿੜ ਘੁੱਟ ਕੇ ਫੜ ਲਏ, ਬਸ ਵਾਹਿਗੁਰੂ 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 ਚਰਨ ਆਪ ਦੇ। ਸੋ ਇਸ ਕਰਕੇ ਵਿਸ਼ਿਆਂ ਦੀ ਵਾਸ਼ਨਾ ਜਿਹੜੀ ਸੀ ਮੇਰੀ ਸੁਤੇ ਸਿੱਧੀ ਨਾਸ ਹੋ ਗਈ ਹੈ। ਸੋ ਜਿੰਨੇ ਅੱਖਰ ਆਏ ਨੇ, ਤੁਮਰੀ, ਤੁਮ, ਤੁਮਰੇ, ਇਹਨਾਂ ਥੱਲੇ ਹਲੰਤ ਹੈ, ਭਾਰਾ ਕਰਕੇ ਬੋਲਣਾ। ਸੁਖ ਨਿਧਾਨ ਨਾਮ ਪ੍ਰਭ ਤੁਮਰਾ, ਇਹੋ ਅਬਨਾਸੀ ਮੰਤਰੋ ਲੀਓ। ਹੇ ਪ੍ਰਭੂ ਵਾਹਿਗੁਰੂ, ਤੁਹਾਡਾ ਨਾਮ ਜੋ ਸੁੱਖਾਂ ਦਾ ਖਜ਼ਾਨਾ ਹੈ, ਜਦੋਂ ਅਸੀਂ ਨਾਮ ਜਪਦੇ ਹਾਂ ਸਾਨੂੰ ਸੁੱਖ ਮਿਲਦਾ। ਇਹੀ ਨਾਮ ਰੂਪ ਅਬਨਾਸੀ ਮੰਤਰ ਮੈਂ ਸਤਿਗੁਰਾਂ ਪਾਸੋਂ ਪ੍ਰਾਪਤ ਕੀਤਾ। ਸਤਿਗੁਰੂ ਨੇ ਬਚਨ ਕੀਤਾ, ਵਾਹਿਗੁਰੂ ਵਾਹਿਗੁਰੂ ਕਰੀ ਜਾ। ਇਹੀ ਸਭ ਕੁਛ ਹੈ, ਬਸ ਮੂਲ ਮੰਤਰ ਪੜ੍ਹੀ ਜਾ, ਬਾਣੀ ਪੜ੍ਹੀ ਜਾ, ਕਥਾ ਕੀਰਤਨ ਸੁਣੀ ਜਾ, ਸਭ ਕੁਛ ਇਸੇ 'ਚ ਹੀ ਆ ਜਾਣਾ, ਹੋਰ ਲੋੜ ਨਹੀਂ। ਕਰ ਕਿਰਪਾ ਮੋਹਿ ਸਤਿਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰਗੀਓ। ਜਿਸ ਵੇਲੇ ਸਤਿਗੁਰਾਂ ਨੇ ਕਿਰਪਾ ਕਰਕੇ ਨਾਮ ਮੰਤਰ ਦਿੱਤਾ ਤਾਂ ਸੰਤਾਪ, ਜਿਹੜਾ ਭਲੀ ਪ੍ਰਕਾਰ ਤਪਾਉਣ ਵਾਲਾ ਤਾਪ ਸੀ ਅਤੇ ਵੈਰ ਸੀ ਮੇਰਾ, ਉਹ ਖਤਮ ਹੀ ਹੋ ਗਿਆ। ਧਨ ਸੋ ਮਾਨਸ ਦੇਹੀ ਪਾਈ, ਜਿਤ ਪ੍ਰਭ ਆਪਣੇ ਮੇਲ ਲੀਓ। ਉਹ ਮਨੁੱਖਾ ਦੇਹੀ ਪਾਈ ਹੋਈ ਹੁਣ ਮੇਰੀ ਸਫਲ ਹੋ ਗਈ, ਧਨ ਹੈ ਮੇਰੀ ਦੇਹੀ ਹੁਣ। ਕਹਿੰਦੇ ਜਿਸ ਕਰਕੇ ਵਾਹਿਗੁਰੂ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ। ਧਨ ਸੋ ਕਲਯੁਗ ਸਾਧ ਸੰਗ, ਕੀਰਤਨ ਗਾਈਐ ਨਾਨਕ ਨਾਮ ਆਧਾਰ ਹੀਓ। ਇੱਥੇ ਕਲਯੁਗ ਨੂੰ ਧਨ ਕਿਹਾ, ਕਈ ਜਗ੍ਹਾ ਕਿਹਾ ਮਹਾਰਾਜ ਨੇ, ਧੰਨ ਧੰਨ ਕਲਯੁਗ ਨਾਨਕਾ। ਕਿਉਂ ਕਹਿੰਦੇ ਨੇ ਕਿ ਕਲਯੁਗ ਵਿੱਚ ਇਹ ਠੀਕ ਆ ਵੀ ਲੋਕ ਮਾੜੇ ਨੇ, ਪਰ ਜਿਹੜਾ ਰੱਬ ਵਾਲੇ ਪਾਸੇ ਲੱਗ ਜਾਂਦਾ, ਕਿਰਪਾ ਬਹੁਤ ਛੇਤੀ ਹੁੰਦੀ ਹੈ ਉੱਤੇ। ਕਹਿੰਦੇ ਹੋਰਨਾਂ ਯੁੱਗਾਂ ਵਿੱਚ ਇਹ ਕਲਯੁਗ ਧੰਨ ਹੈ, ਸੋ ਜਿਸ ਦਾ ਕੀਰਤਨ ਭਾਵ ਜਸ ਪੁਰਾਣ ਗਾਉਂਦੇ ਨੇ, ਕਿਉਂਕਿ ਇਸ ਕਲਯੁਗ ਵਿੱਚ ਥੋੜ੍ਹਾ ਭਜਨ ਕੀਤਾ ਬਹੁਤਾ ਫਲ ਦੇ ਜਾਂਦਾ, ਥੋੜ੍ਹਾ ਜਿਹਾ ਪਾਠ ਕਰਕੇ ਫਲ ਜ਼ਿਆਦਾ ਇਹਦੇ 'ਚ। ਇਸ ਕਰਕੇ ਇਹ ਕਲਯੁਗ ਵਿੱਚ ਸਤਸੰਗਤ ਦੁਆਰਾ ਮੇਰੇ ਹਿਰਦੇ 'ਚ ਇੱਕ ਨਾਮ ਦਾ ਹੀ ਆਸਰਾ ਬਣਿਆ ਹੋਇਆ। ਇਸ ਕਲਯੁਗ ਵਿੱਚ ਉਹ ਸਤਸੰਗ ਧੰਨ ਹੈ ਜਿੱਥੇ ਵਾਹਿਗੁਰੂ ਦਾ ਕੀਰਤਨ ਗਾਈਦਾ। ਸਤਿਗੁਰੂ ਕਥਨ ਕਰਦੇ ਨੇ, ਮੇਰੇ ਹੀ ਉਹ ਹੁੰਦਾ ਹਿਰਦੇ 'ਚ ਇੱਕ ਨਾਮ ਦਾ ਹੀ ਆਸਰਾ। ਆਸਾ ਮਹੱਲਾ ਪੰਜਵਾ। ਆਗੈ ਹੀ ਤੇ ਸਭ ਕਿਛ ਹੂਆ, ਆਵਰ ਕੇ ਜਾਣੈ ਗਿਆਨਾ। 383 ਅੰਗ ਤੇ ਫਰਮਾਉਂਦੇ ਨੇ, ਆਗੈ ਹੀ ਤੇ,
ਪਹਿਲਾਂ ਤੋਂ ਹੀ ਭਾਵ ਸੰਸਾਰ ਦੇ ਸ਼ੁਰੂਆਤ ਤੋਂ ਹੀ ਸਭ ਕੁਝ ਹੋ ਚੁੱਕਿਆ ਹੈ। ਪ੍ਰਭੂ ਦੀ ਆਗਿਆ ਤੋਂ ਭਾਵ ਆਗਿਆ ਤੋਂ ਹੀ ਸਭ ਕੁਝ ਹੋਇਆ ਹੈ। ਆਗਿਆ ਤੋਂ ਭਾਵ ਨਾਮ ਹੈ ਪਰਮੇਸ਼ਰ ਦਾ, ਪਰਮੇਸ਼ਰ ਤੋਂ ਹੀ ਸਭ ਕੁਝ ਹੋਇਆ ਹੈ। ਭੂਲ ਚੂਕ ਆਪਣਾ ਬਾਰਿਕ ਬਖਸ਼ਿਆ, ਪਾਰ ਬ੍ਰਹਮ ਭਗਵਾਨਾ। ਅਵਰ ਹੁੰਦਾ ਹੋਰ ਗਿਆਨ ਭਲਾ ਕੀ ਜਾਣਨਾ, ਕਿਉਂਕਿ ਜੋ ਹੋਣਾ ਹੈ ਉਹ ਤਾਂ ਵਸ਼ ਹੋ ਕੇ ਹੀ ਰਹਿਣਾ। ਪਾਰ ਬ੍ਰਹਮ ਭਗਵਾਨ ਨੇ ਮੈਂ ਭੁੱਲਣੇ ਚੁੱਕਣੇ ਵਾਲੇ ਨੂੰ ਆਪਣਾ ਬਾਰਿਕ ਭਾਵ ਬਾਲ ਦਾਸ ਜਾਣ ਕੇ ਬਖਸ਼ ਲਿਆ ਜੀ। ਸਤਿਗੁਰ ਮੇਰਾ ਸਦਾ ਦਇਆਲਾ, ਮੋਹਿ ਦੀਨ ਕੋ ਰਾਖ ਲੀਆ। ਮੇਰਾ ਸਤਿਗੁਰੂ ਸਦਾ ਹੀ ਦਿਆਲੂ ਹੈ, ਸਦਾ ਹੀ ਕਿਰਪਾਲੂ ਹੈ, ਜਿਹਨੇ ਮੈਨੂੰ ਗਰੀਬ ਨੂੰ ਸੰਸਾਰ ਵੱਲੋਂ ਬਚਾ ਕੇ ਰੱਖ ਲਿਆ। ਕਾਟਿਆ ਰੋਗ ਮਹਾ ਸੁਖ ਪਾਇਆ, ਹਰ ਅੰਮ੍ਰਿਤ ਮੁਖ ਨਾਮ ਦੀਆ ਰਹਾਉ। ਜਿਸ ਵੇਲੇ ਸਤਿਗੁਰਾਂ ਨੇ ਮੁਖੋਂ ਵਾਹਿਗੁਰੂ ਨਾਮ ਅੰਮ੍ਰਿਤ ਉਚਾਰਨ ਕੀਤਾ ਨਾ, ਕਹਿੰਦੇ ਕਹਿ ਵਾਹਿਗੁਰੂ। ਫਰਕ ਹੁੰਦਾ, ਸਤਿਗੁਰੂ ਇੱਕ ਵਾਰੀ ਵਾਹਿਗੁਰੂ ਕਹਿ ਦੇਣ ਉਹ ਬਹੁਤ ਵੱਡਾ। ਸਾਰਿਆਂ ਸਾਧਨਾਂ ਤੋਂ ਮੁਖੀ ਸਾਧਨ ਹਰੀ ਨਾਮ ਅੰਮ੍ਰਿਤ ਦਿੱਤਾ ਤਾਂ ਗਿਆਨ ਰੂਪ ਰੋਗ ਨੂੰ ਕੱਟ ਕੇ ਮਹਾ ਵੱਡਾ ਆਤਮਿਕ ਸੁਖ ਪ੍ਰਾਪਤ ਕਰ ਲਿਆ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਅਨਕ ਪਾਪ ਮੇਰੇ ਪਰ ਹਰਿਆ, ਬੰਧਨ ਕਾਟੇ ਮੁਕਤ ਭਏ। ਜਿਸ ਵੇਲੇ ਗੁਰਾਂ ਨੇ ਸੰਸਾਰਕ ਬੰਧਨ ਕੱਟ ਕੇ ਮੇਰੇ ਅਨੇਕਾਂ ਪਾਪਾਂ ਨੂੰ ਦੂਰ ਕੀਤਾ ਤਾਂ ਮੈਂ ਜੀਵਨ ਮੁਕਤ ਹੋ ਗਿਆ। ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ। ਆਪਾਂ ਨੇ ਕਦੇ ਬੇਨਤੀ ਹੀ ਨਹੀਂ ਕੀਤੀ ਮੇਰੇ ਪਾਪ ਕੱਟ ਦਿਓ, ਤਾਂ ਪਦਾਰਥ ਹੀ ਮੰਗੀ ਜਾਂਦੇ ਆ ਕੇ ਮਹਾਰਾਜ ਤੋਂ। ਅੰਧਕੂਪ ਮਹਾ ਘੋਰ ਤੇ ਬਾਹਾਂ ਪਕਰ ਗੁਰ ਕਾਢ ਲਈਏ। ਮਹਾ ਘੋਰ ਬੜੇ ਭਿਆਨਕ ਅੰਨੇ ਖੂਹ ਸੰਸਾਰ ਚੋਂ ਮੇਰੀ ਬੁੱਧੀ ਰੂਪੀ ਬਾਂਹ ਫੜ ਕੇ ਸਤਿਗੁਰੂ ਨੇ ਮੈਨੂੰ ਬਾਹਰ ਕੱਢ ਲਿਆ। ਬੁੱਧੀ ਕਿਉਂ ਫੜੀ? ਕਿਉਂਕਿ ਬੁੱਧੀ ਵਿੱਚ ਭੁਲੇਖਾ ਖਾਈ ਜਾਂਦੀ ਹੈ ਵੀ ਸੰਸਾਰ ਸੱਚਾ ਹੈ, ਪਦਾਰਥ ਸੱਚੇ ਹੈ, ਸੁਆਦੂ ਬਣ ਗਈ ਸੀ ਇਹ। ਗੁਰੂ ਸਾਹਿਬ ਨੇ ਦੇਖਿਆ ਕਿ ਬੁੱਧੀ ਹੀ ਖਰਾਬ ਕਰਦੀ ਹੈ ਇਹਨੂੰ। ਸਤਿਗੁਰੂ ਨੇ ਬੁੱਧੀ ਜਿਹੜੀ ਫੜ ਕੇ ਇਹਦੀ ਸ਼ੁੱਧ ਕਰ ਦਿੱਤੀ। ਨਿਰਭਉ ਪਏ ਸਗਲ ਭਉ ਮੇਟਿਆ। ਦੁਬਾਰਾ, ਨਿਰਭਉ ਪਏ ਸਗਲ ਭਉ ਮਿਟਿਆ, ਰਾਖੇ ਰਾਖਣ ਹਾਰੇ। ਹੇ ਰੱਖਣ ਹਾਰੇ ਵਾਹਿਗੁਰੂ, ਜਦ ਆਪ ਨੇ ਸਾਨੂੰ ਰੱਖ ਲਿਆ ਤਾਂ ਸਾਰੇ ਡਰ ਮਿਟਣ ਕਰਕੇ ਅਸੀਂ ਨਿਰਖੌਫ ਹੋ ਗਏ ਹਾਂ। ਪਾਠ ਕਿਤੇ ਅਖੰਡ ਪਾਠ ਵਿੱਚ ਵੀ, ਸਹਿਜ ਪਾਠ ਵਿੱਚ ਵੀ ਗਲਤ ਪੜ੍ਹਿਆ ਜਾਵੇ, ਦੁਬਾਰਾ ਪੰਕਤੀ ਪੜ੍ਹ ਦੇਣੀ ਚਾਹੀਦੀ ਹੈ, ਕਿਉਂਕਿ ਉਹਦੇ ਨਾਲ ਫਿਰ ਜਿਵੇਂ ਹੁਣ ਮਿਟਿਆ ਪਾਠ ਹੈ, ਮੇਟਿਆ ਬੋਲ ਦਿੱਤਾ ਆਪਾਂ ਨੇ, ਇਹ ਫਿਰ ਪਤਾ ਲੱਗ ਜਾਂਦਾ ਕਿ ਮਿਟਿਆ ਹੀ ਲਿਖਿਆ ਹੋਇਆ। ਐਸੀ ਦਾਤ ਤੇਰੀ ਪ੍ਰਭ ਮੇਰੇ, ਕਾਰਜ ਸਗਲ ਸਵਾਰੇ। ਇਹ ਮੇਰੇ ਵਾਹਿਗੁਰੂ ਤੇਰੀ ਦਾਤ ਇਹੀ ਜੀ ਹੈ, ਨਾਮ ਦੀ ਜਿਹੜੀ ਤੁਸੀਂ ਮੈਨੂੰ ਬਖਸ਼ਿਸ਼ ਕੀਤੀ ਆ ਨਾ, ਮੇਰੇ ਲੋਕ ਪਰਲੋਕ ਦੇ ਸਾਰੇ ਕੰਮ ਸਵਾਰਤੇ। ਮੈਂ ਤਾਂ ਇੱਥੇ ਦੇ ਕੰਮਾਂ ਨੂੰ ਰੋਂਦਾ ਸੀ ਵੀ ਮੇਰੇ ਇੱਥੇ ਕੰਮ ਨਹੀਂ ਬਣਦੇ। ਜਦ ਦਾ ਨਾਮ ਜਪਣ ਲੱਗੇ ਆ, ਇੱਥੇ ਤਾਂ ਕੰਮ ਹੋਣੇ ਸੀ, ਇਹ ਤਾਂ ਕੋਈ ਖਾਸ ਨਹੀਂ ਸੀਗੇ। ਪਰਲੋਕ ਦੇ ਵੀ ਸਾਰੇ ਸਵਾਰ ਦਿੱਤੇ, ਅੱਗੇ ਤੱਕ ਰਸਤੇ ਬਣ ਗਏ ਮੇਰੇ। ਸੁਖ ਨਿਧਾਨ ਹੋ ਗਿਆ ਹੁਣ ਮੈਂ। ਗੁਣ ਨਿਧਾਨ ਸਾਹਿਬ ਮਨ ਮੇਲਾ, ਸਰਨ ਪਿਆ ਨਾਨਕ ਸੁਹੇਲਾ। ਸਭ ਗੁਣਾਂ ਦਾ ਖਜ਼ਾਨਾ ਜੋ ਸਾਹਿਬ ਹੈ, ਮਨ ਕਰਕੇ ਜਦ ਉਹਦੀ ਸ਼ਰਨ ਵਿੱਚ ਪਿਆ ਤਾਂ ਉਸ ਨਾਲ ਮੇਰਾ ਮੇਲਾ ਹੋਇਆ। ਜਦ ਮੇਲਾ ਹੋਇਆ ਤਾਂ ਸੁਹੇਲਾ ਹੋ ਗਿਆ, ਸੋਭ ਨੀਕ ਸੁਖੀ ਹੋ ਗਿਆ। ਇੱਥੇ ਸੱਸੇ ਨੂੰ ਔਂਕੜ ਵੀ ਹੈ, ਹੋੜਾ ਵੀ ਹੈ, ਇਸ ਕਰਕੇ ਵਿਚਾਲੜਾ ਮੇਲ ਬੋਲਣਾ ਪਾਠ। ਸੱਸੇ ਹੋੜਾ ਕੱਲਾ ਹੁੰਦਾ ਤਾਂ ਸੋਹੇਲਾ ਬਣਨਾ ਸੀ, ਔਂਕੜ ਹੁੰਦਾ ਤਾਂ ਸੁਹੇਲਾ ਬਣਨਾ ਸੀ। ਹੁਣ ਸੁਹੇਲਾ ਮਿਲਵਾਂ ਜਿਹਾ ਪਾਠ ਬੋਲਣਾ। ਆਸਾ ਮਹੱਲਾ ਪੰਜਵਾ। ਤੂੰ ਵਿਸਰਹਿ ਤਾਂ ਸਭ ਕੋ ਲਾਗੂ, ਚੀਤ ਆਵਹਿ ਤਾਂ ਸੇਵਾ। ਹੇ ਵਾਹਿਗੁਰੂ, ਜਦ ਤੂੰ ਵਿਸਰ ਜਾਏ ਨਾ ਤਾਂ ਸਭ ਕੋਈ ਲਾਗੂ ਹੁੰਦਾ, ਦੁਸ਼ਮਣ ਬਣ ਜਾਂਦੇ ਮੇਰੇ। ਜਦ ਤੂੰ ਯਾਦ ਆਏ ਤਾਂ ਸਭ ਕੋਈ ਮੇਰੀ ਸੇਵਾ ਕਰਨ ਲੱਗ ਜਾਂਦਾ। ਸੋ ਜਿਵੇਂ ਕੋਈ ਸਿੰਘ ਰਹਿੰਦਾ ਉੱਥੇ ਹਾਂਗਕਾਂਗ ਦੇ ਵਿੱਚ, ਹੁਣ ਮੂਲ ਮੰਤਰ ਦਾ ਉਹ ਕਈ ਲੱਖ ਪਾਠ ਕਰ ਲਿਆ। ਕਹਿੰਦਾ ਇੱਕ ਚਮਤਕਾਰ ਇਹ ਦੇਖਿਆ, ਚਲੋ ਉਹ ਤਾਂ ਰਸ ਆਉਣਾ ਵੱਖਰੀ ਗੱਲ ਹੈ। ਕਹਿੰਦਾ ਜਿਹੜੇ ਅੱਗੇ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਮੈਨੂੰ ਬੁਲਾਉਂਦੇ ਵੀ ਨਹੀਂ ਸੀ ਹੁੰਦੇ, ਹੁਣ ਸਾਰੇ ਹੀ ਬੁਲਾਈ ਜਾਂਦੇ, ਹੁਣ ਬੜਾ ਸਤਿਕਾਰ ਕਰਦੇ ਆ। ਮੈਂ ਕਿਹਾ ਇਹ ਨਾਮ ਨੇ ਤੇਰਾ ਸਤਿਕਾਰ ਕਰਾਤਾ। ਜਦੋਂ ਨਾਮ ਜਪਣ ਲੱਗ ਜਾਈਏ ਫਿਰ ਸਾਰੇ ਹੀ ਸਤਿਕਾਰ ਕਰਨ ਲੱਗ ਜਾਂਦੇ। ਫਿਰ ਉਹ ਕੌਣ ਕਰਾਉਂਦਾ? ਉਹ ਜੋ ਵਿਆਪਕ ਵਾਹਿਗੁਰੂ ਹੈ, ਉਹੀ ਤਾਂ ਸਾਰਿਆਂ 'ਚ ਬੈਠਾ। ਉਹ ਬੰਦੇ ਦਾ ਕੁਦਰਤੀ ਵੀ ਸਤਿਕਾਰ ਹੋਣ ਲੱਗ ਜਾਂਦਾ। ਜਿਹਨੂੰ ਕੋਈ ਕਿਤੇ ਨਾ ਪੁੱਛੇ ਉਹ ਨਾਮ ਜਪਣ ਲੱਗ ਜਾਓ, ਸਾਰੀ ਦੁਨੀਆ ਹੀ ਪੁੱਛਣ ਲੱਗ ਜਾਂਦੀ ਉਹਨੂੰ। ਆਵਰ ਨਾ ਕੋ ਦੂਜਾ ਸੂਝੈ, ਸਾਚੇ ਅਲਖ ਭੇਵਾ। ਇਹ ਸੱਚੇ ਅਲਖ ਭੇਵ, ਆਪ ਤੋਂ ਬਿਨਾਂ ਮੈਨੂੰ ਹੋਰ ਕੋਈ ਦੂਜਾ ਹੁਣ ਨਜ਼ਰ ਨਹੀਂ ਆਉਂਦਾ, ਕਿਉਂਕਿ ਆਪ ਹੀ ਕਿਰਪਾ ਕਰਦੇ ਹੋ ਸਾਰਿਆਂ ਪਰ। ਚੀਤ ਆਵੈ ਤਾਂ ਸਦਾ ਦਇਆਲਾ, ਲੋਗਨ ਕਿਆ ਵਿਚਾਰੇ।
हे सदा ਦਿਆਲੂ ਪਰਮੇਸ਼ਰ, ਜਾਂ ਤੂੰ ਯਾਦ ਆਉਣਾ ਹੈ ਤਾਂ ਇਹ ਲੋਕ ਵਿਚਾਰੇ ਦੁਸ਼ਮਣੀ ਕਰ ਕੀ ਸਕਦੇ ਆ, ਮੇਰਾ ਕੀ ਵਿਗਾੜ ਲੈਣਗੇ, ਕਿਉਂਕਿ ਹੁਣ ਮੈਂ ਤੇਰੇ ਆਸਰੇ ਹੋ ਗਿਆ। ਬੁਰਾ ਭਲਾ ਕਹੋ ਕਿਸਨੋ ਕਹੀਐ, ਸਗਲੇ ਜੀ ਤੁਮਾਰੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਆ ਕਿ ਦੱਸੋ ਬਈ ਬੁਰਾ ਭਲਾ ਕਿਹਨੂੰ ਕਹੀਏ, ਕਿਉਂਕਿ ਸਾਰੇ ਜੀਵ ਤਾਂ ਤੁਹਾਡੇ ਹੀ ਬਣਾਏ ਹੋਏ ਨੇ। ਜਦੋਂ ਤੁਸੀਂ ਵੀ ਸਾਰਿਆਂ 'ਚ ਬੈਠੇ ਹੋ, ਇਹ ਤਾਂ ਆਪਣੇ ਆਪ ਹੀ ਬਦਲ ਜਾਂਦੇ ਆ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਤੇਰੀ ਟੇਕ ਤੇਰਾ ਆਧਾਰਾ, ਹਾਥ ਦੇ ਤੂੰ ਰੱਖ ਹੈ। ਕਹਿੰਦੇ ਸਾਨੂੰ ਤਾਂ ਮਨ ਕਰਕੇ ਤੇਰੀ ਟੇਕ ਓਟ ਆਸਰਾ ਹੈ, ਤਨ ਕਰਕੇ ਵੀ ਆਪ ਦਾ ਆਸਰਾ ਹੈ, ਆਧਾਰਾ। ਕਹਿੰਦੇ ਤੂੰ ਹੀ ਹੱਥ ਦੇ ਕੇ ਰੱਖਿਆ ਕਰਦਾ ਹੈ, ਤੇ ਜਿਸ ਜਨ ਉੱਪਰ ਤੇਰੀ ਕਿਰਪਾ ਤਿਸ ਕੋ ਵਿਪ ਨਾ ਕੋਊ ਭਖ ਹੈ। ਜਿਸ ਜੀਵ ਉੱਤੇ ਆਪ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਆ, ਉਹਨੂੰ ਕੋਈ ਵਿਪ ਹੁੰਦਾ, ਵਿਪਰਜੇ ਬਚਨ ਨਹੀਂ ਬੋਲਦਾ ਪੁੱਠਾ, ਉਹਨੂੰ ਕੋਈ ਵਿਪਤਾ ਨਹੀਂ ਪੈਂਦੀ, ਭਖ ਹੈ ਭਾਵ ਖਾਂਦੀ ਨਹੀਂ। ਸੋ ਇਸ ਪ੍ਰਕਾਰ ਹੈ, ਉਹ ਸੁਖ ਓਹਾ ਵਡਿਆਈ, ਜੋ ਪ੍ਰਭ ਜੀ ਮਨ ਭਾਣੀ। ਸੁਖ ਵੀ ਉਹੀ ਚੰਗਾ ਹੈ ਤੇ ਵਡਿਆਈ ਵੀ ਉਹੀ ਸ੍ਰੇਸ਼ਟ ਹੈ। ਇਹ ਵਾਹਿਗੁਰੂ ਜੋ ਆਪ ਨੂੰ ਭਾਉਂਦੀ ਚੰਗੀ ਲੱਗਦੀ। ਤੂੰ ਦਾਨਾ ਤੂੰ ਸਦ ਮਿਹਰਬਾਨਾ, ਨਾਮ ਮਿਲੈ ਰੰਗ ਮਾਣੀ। ਇਹ ਪਰਮੇਸ਼ਰ ਤੂੰ ਦਾਨਾ, ਅੰਦਰ ਦੀ ਗੱਲਬਾਤ ਜਾਣਨ ਵਾਲਾ ਹੈ, ਤੂੰ ਹੀ ਸਦਾ ਮਿਹਰਬਾਨ ਹੈ। ਇਹ ਕਿਰਪਾ ਕਰੋ ਜਦੋਂ ਮੈਨੂੰ ਆਪ ਦਾ ਨਾਮ ਮਿਲੇ ਤਾਂ ਮੈਂ ਸਦਾ ਹੀ ਆਨੰਦ ਭੋਗਾ ਨਾਮ ਦਾ। ਤੋ ਦਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਤੁਹਾਡੇ ਅੱਗੇ ਸਾਡੀ ਤਾਂ ਇਹੀ ਬੇਨਤੀ ਕਰਨੀ ਬਣਦੀ ਆ, ਕਿਉਂਕਿ ਮੇਰੇ ਕੋਲ ਜੀਓ ਭਾਵ ਪ੍ਰਾਣ ਜਿਹੜੇ ਨੇ ਅੰਦਰ ਸਰੀਰ ਦੇ ਵਿੱਚ, ਤੇ ਪਿੰਡ ਜਿਹੜਾ ਸਰੀਰ ਹੈ, ਤੇ ਧਨ ਪਦਾਰਥ ਹੈ, ਇਹ ਸਭ ਕੁਝ ਤੇਰਾ ਦਿੱਤਾ ਹੋਇਆ ਹੀ ਹੈ ਜੀ। ਤਾਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਮਹਾਰਾਜ ਕਥਨ ਕਰਦੇ, ਵਾਹਿਗੁਰੂ ਇਹ ਸਾਰੀ ਵਡਿਆਈ ਅਸਲ 'ਚ ਤੁਹਾਡੀ ਹੋਈ ਹੈ, ਮੇਰਾ ਤਾਂ ਕੋਈ ਨਾਮ ਵੀ ਨਹੀਂ ਜਾਣਦਾ। ਆਸਾ ਮਹੱਲਾ ਪੰਜਵਾ। ਕਰ ਕਿਰਪਾ ਪ੍ਰਭ ਅੰਤਰਜਾਮੀ, ਸਾਧ ਸੰਗ ਹਰ ਪਾਈਐ। हे ਵਾਹਿਗੁਰੂ ਪ੍ਰਭੂ ਅੰਤਰਜਾਮੀ ਜੀ, ਕਿਰਪਾ ਕਰੋ ਜੀ, ਜੋ ਸਤ ਸੰਗਤ ਕਰਨਾ ਪ੍ਰਾਪਤ ਕਰੀਏ। ਅਸੀਂ ਸੰਗਤ ਵਿੱਚ ਜਾਣੋਂ ਕਤਰਾਉਂਦੇ ਹਾਂ, ਡਰਦੇ ਹਾਂ, ਕਿਉਂਕਿ ਅਸਲ ਸਾਡਾ ਉਧਾਰ ਤਾਂ ਸਤ ਸੰਗਤ ਵਿੱਚ ਹੀ ਹੋਣਾ। ਖੋਲ ਕਿਵਾਰ ਦਿਖਾਲੇ ਦਰਸ਼ਨ, ਪੁਨਰਪ ਜਨਮ ਨਾ ਆਈਐ। ਪੰਜਾਂ ਕੋਸ਼ਾਂ ਰੂਪੀ ਜਿਹੜੇ ਤਖਤੇ ਖੋਲ ਕੇ ਆਪਣਾ ਦਰਸ਼ਨ ਦਿਖਾਓ ਜੀ, ਜੋ ਪੁਨਰਪ ਹੁੰਦਾ ਫੇਰ ਨਿਸ਼ਚੈ ਕਰਕੇ ਜਨਮ ਮਰਨ ਵਿੱਚ ਨਾ ਆਈਏ ਅਸੀਂ। ਮਿਲਾਓ ਪ੍ਰੀਤਮ ਸੁਆਮੀ ਆਪਣੇ, ਸਗਲੇ ਦੁਖ ਹਰਾਓ ਰੇ। हे ਸੁਆਮੀ ਪ੍ਰੀਤਮ ਜੀ, ਆਪਣੇ ਸੇਵਕ ਨੂੰ ਮਿਲਣਾ ਕਰੋ ਜੀ, ਮਿਲ ਕੇ ਆਪਣੇ ਸੇਵਕ ਦੇ ਸਾਰੇ ਦੁੱਖ ਹਰਨਾ ਕਰੋ, ਭਾਵ ਨਾਸ ਕਰੋ। हे ਭਾਈ, ਆਪਣੀ ਪ੍ਰੀਤਮ ਸੁਆਮੀ ਨੂੰ ਮਿਲਣਾ ਕਰੋ ਤਾਂ ਸਾਰੇ ਦੁੱਖਾਂ ਨੂੰ ਹਰਨਾ ਕਰੋ। ਇਹ ਜਗਿਆਸੂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਜਾ ਕੇ ਮਹਾਰਾਜ ਨੂੰ ਮਿਲੋ। ਜਦ ਤੁਸੀਂ ਮਿਲੋਗੇ ਤਾਂ ਮਹਾਰਾਜ ਵੀ ਮਿਲਣਗੇ, ਜਦ ਤੁਸੀਂ ਨਹੀਂ ਮਹਾਰਾਜ ਦੇ ਕੋਲ ਜਾਓਗੇ ਫਿਰ ਤੁਹਾਨੂੰ ਕਿੱਦਾਂ ਮਿਲਣਗੇ ਉਹ। ਪਾਰ ਬ੍ਰਹਮ ਜਿਨ ਹਿਰਦੈ ਅਰਾਧਿਆ, ਤਾ ਕੈ ਸੰਗ ਤਰਉ ਰੇ ਰਹਾਉ। ਜਿਸ ਸੰਤ ਮਹਾਤਮਾ ਨੇ ਪਾਰ ਬ੍ਰਹਮ ਨੂੰ ਹਿਰਦੇ 'ਚ ਅਰਾਧਨਾ ਕੀਤਾ ਭਾਈ, ਕਹਿੰਦੇ ਉਹਦੇ ਸੰਗ ਕਰਕੇ ਤਰਨਾ ਕਰੋ। ਜੇ ਥੋਤੋਂ ਬਾਹਲਾ ਨਹੀਂ ਰਾਧਿਆ ਜਾਂਦਾ, ਆਪਾਂ ਇਕੱਲੇ ਇਕੱਲੇ ਨਹੀਂ ਰਾਧ ਸਕਦੇ ਜ਼ਿਆਦਾ। ਹਾਂ, ਸਾਰੀ ਸੰਗਤ ਵਿੱਚ ਤਾਈਆਂ ਬਿਠਾਉਂਦੇ ਨੇ, ਦੇਖੋ ਬਈ ਇੱਥੇ ਸੰਗਤ ਵਿੱਚ ਕੋਈ ਕਿੰਨੇ ਪਾਠਾਂ ਵਾਲਾ ਬੈਠਾ, ਕੋਈ ਕਿੰਨੀ ਬੰਦਗੀ ਵਾਲਾ ਬੈਠਾ। ਉਹਨਾਂ ਨਾਲ ਜੇ ਆਪਾਂ ਮਿਲਾਂਗੇ ਤਾਂ ਆਪਣੀ ਬੰਦਗੀ ਵੱਧ ਸਕਦੀ ਹੈ। ਆਸੇ ਪਾਸੇ ਜਿਹੜਾ ਸਰੀਰ ਦੇ ਸਾਡੇ ਓਰਾ ਹੁੰਦਾ, ਉਹ ਸੰਗਤ ਵਿੱਚ ਆ ਕੇ ਪ੍ਰਬਲ ਹੋ ਜਾਂਦਾ ਬਹੁਤ ਜ਼ਿਆਦਾ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਹਾ ਉਦਿਆਨ ਪਾਵਕ ਸਾਗਰ ਪਏ, ਹਰਖ ਸੋਗ ਮਹਿ ਬਸਨਾ। ਇਸ ਮਹਾ ਉਜਾੜ ਤੇ ਤ੍ਰਿਸ਼ਨਾ ਰੂਪ ਅੱਗ ਦੇ ਸਮੁੰਦਰ ਸੰਸਾਰ ਵਿੱਚ ਪ੍ਰਾਪਤ ਹੋ ਕੇ ਹਰਖ ਸੋਗ ਵਿੱਚ ਬਸਣਾ ਕਰਦੇ ਸਾਰੇ ਜੀਵ। ਸਤਿਗੁਰ ਭੇਟ ਭਇਆ ਮਨ ਨਿਰਮਲ, ਜਪ ਅੰਮ੍ਰਿਤ ਹਰ ਰਸਨਾ। ਸਤਿਗੁਰਾਂ ਨੂੰ ਮਿਲ ਕੇ ਰਸਨਾ ਨਾਲ ਨਾਮ ਅੰਮ੍ਰਿਤ ਨੂੰ ਜਪਿਆ ਤਾਂ ਭਇਆ ਮਨ ਨਿਰਮਲ। ਮਹਾਰਾਜ ਕਹਿੰਦੇ ਫਿਰ ਮਨ ਸ਼ੁੱਧ ਹੋ ਜਾਂਦਾ। ਤਾਨ ਤਨ ਥਾਪ ਕੀਓ ਸਭ ਆਪਣਾ, ਕੋਮਲ ਬੰਧਨ ਬਾਂਧਿਆ। ਗੁਰ ਪ੍ਰਸਾਦ ਭਏ ਜਨ ਮੁਕਤੇ, ਹਰ ਹਰ ਨਾਮ ਅਰਾਧਿਆ। ਮਹਾਰਾਜ ਕਹਿੰਦੇ ਜੀਵ ਨੇ ਤਨ ਅਤੇ ਧਨ ਥਾਪ ਕੇ ਸਭ ਆਪਣਾ ਕੀਤਾ ਹੋਇਆ, ਆਪਣਾ ਮੰਨਿਆ ਹੋਇਆ ਇਹਨੇ ਸਾਰਾ ਕੁਝ। ਮੇਰਾ ਸਰੀਰ ਹੈ, ਇਹ ਮੇਰੇ ਆਹ ਚੀਜ਼ਾਂ, ਮੇਰਾ ਧਨ ਮੇਰਾ। ਇਹ ਜੀਵ ਇਸਤਰੀ ਪੁੱਤਰ ਆਦਿ ਕੋਮਲ ਬੰਧਨਾਂ ਕਰਕੇ ਬੱਝਿਆ ਹੋਇਆ। ਗੁਰਾਂ ਦੀ ਕਿਰਪਾ ਨਾਲ ਜਿਨ੍ਹਾਂ ਨੇ ਹਰ ਹਰ ਨਾਮ ਨੂੰ ਅਰਾਧਿਆ, ਉਹ ਜਨ ਬੰਧਨਾਂ ਤੋਂ ਮੁਕਤ ਹੋ ਗਏ ਨੇ।
राख लिए प्रभ राखन हारै, जो प्रभ अपने पाणे। जियो पिंड सब तुमरा दाते, नानक सद कुरबाने। जो दास अपने वाहिगुरु परमात्मा ਨੂੰ ਭਾਣੇ ਤੋਂ ਭਾਵ ਚੰਗੇ ਲੱਗੇ ਨੇ, ਭਾ ਗਏ ਨੇ, ਰੱਖਣ ਵਾਲੇ ਵਾਹਿਗੁਰੂ ਨੇ ਉਹਨਾਂ ਨੂੰ ਰੱਖ ਲਿਆ। ਕਹਿੰਦੇ ਇਹ ਵਾਹਿਗੁਰੂ, ਇਹ ਦਾਤੇ ਪਰਮੇਸ਼ਰ ਜੀ ਨੂੰ ਪਿੰਡ ਆਦਿਕ ਸਭ ਕੁਝ ਤੁਹਾਡਾ ਹੀ ਦਿੱਤਾ ਹੋਇਆ ਏ। ਸਾਰਾ ਸਰੀਰ, ਪ੍ਰਾਣ, ਮਨ, ਤਨ, ਤਾਨ ਸਭ ਕੁਝ ਤੁਹਾਡਾ ਬਖਸ਼ਿਸ਼ ਕੀਤਾ। ਮੈਂ ਆਪ ਤੋਂ ਸਦਾ ਹੀ ਕੁਰਬਾਨ ਜਾਵਾਂ। ਆਸਾ ਮਹੱਲਾ ਪੰਜਵਾ। ਮੋਹ ਮਲਨ ਨੀਂਦ ਤੇ ਛੁਟਕੀ, ਕੌਣ ਅਨੁਗ੍ਰਹ ਭਇਓ ਰੀ। ਜਗਿਆਸੂ ਮਹਾਤਮਾ ਦੇ ਸੰਵਾਦ ਦੁਆਰਾ ਮਹਾਰਾਜ ਕਥਨ ਕਰਦੇ ਨੇ। ਜਗਿਆਸੂ ਰੂਪੀ ਸਖੀ ਸੰਤਾਂ ਬ੍ਰਹਮ ਗਿਆਨੀਆਂ ਕੋਲ ਆ ਕੇ ਬੇਨਤੀ ਕਰਦੀ ਆ, ਮੋਹ ਰੂਪ ਮਲਣ ਜਿਹੜੀ ਨਿੰਦਰਾ ਤੋਂ ਤੁਸੀਂ ਛੁੱਟ ਗਏ ਹੋ, ਬਚ ਗਏ ਹੋ, ਹੁਣ ਤੋਂ ਨੀਂਦ ਨਹੀਂ ਤੰਗ ਕਰਦੀ। ਹੇ ਸਖੀ ਤੇਰੇ ਪਰ ਕਿਹਦੀ ਕਿਰਪਾ ਹੋਈ ਇਹ ਦੱਸ। ਕੌਣ ਅਨੁਗ੍ਰਹ ਭਇਓ ਰੀ, ਇਹ ਪਾਠ ਇਉਂ ਹੀ ਬੋਲਣਾ, ਅਨੁਗ੍ਰਹ ਭਇਓ ਰੀ। ਅਨੁਗ੍ਰਹ ਹੁੰਦਾ ਵਿਸ਼ੇਸ਼ ਕਿਰਪਾ। ਮਹਾ ਮੋਹਨੀ ਤੁਧ ਨਾ ਵਿਆਪੈ, ਤੇਰਾ ਆਲਸ ਕਹਾਂ ਗਇਓ ਰੀ। ਰਹਾਓ, ਮਹਾ ਮੋਹਨੀ ਹੁੰਦੀ ਵੱਡੀ ਮੋਹਣੇ ਵਾਲੀ ਮਾਇਆ, ਤੈਨੂੰ ਹੁਣ ਵਿਆਪਦੀ ਨਹੀਂ, ਹੁਣ ਨਹੀਂ ਤੈਨੂੰ ਤੰਗ ਕਰਦੀ। ਇਹ ਸਖੀ ਤੇਰਾ ਆਲਸ ਕਿੱਥੇ ਚਲਿਆ ਗਿਆ? ਅੱਗੇ ਤਾਂ ਦਲਿੱਦਰ ਜਿਹਾ ਛਾਇਆ ਰਹਿੰਦਾ ਸੀ, ਕਹਿੰਦੇ ਹੁਣ ਬਹੁਤ ਐਕਟਿਵ ਹੋ ਗਿਆ ਤੂੰ ਅੱਗੇ ਨਾਲੋਂ ਬੜੀ ਕਿਰਪਾ, ਅੱਖਾਂ ਵਿੱਚ ਬੜੀ ਚਮਕ ਹੈ, ਚਿਹਰੇ ਤੇ ਬੜੀ ਰੌਣਕ ਹੋ ਗਈ, ਬੜਾ ਖੁਸ਼ ਰਹਿੰਦਾ ਹੁਣ ਤੂੰ। ਵਿਸ਼ਰਾਮ ਦੇ ਕੇ ਕਹਿੰਦੇ 384 ਅੰਗ ਤੇ, ਕਾਮ ਕ੍ਰੋਧ ਅਹੰਕਾਰ ਗਾਖਰੋ, ਸੰਜਮ ਕੌਣ ਛੁਟਿਓ ਰੀ। ਆਪਣੇ ਆਪ ਨਿਵਰਤ ਹੋਣੇ ਗਾਖਰੋ ਜੋ ਕਠਨ ਹੈ, ਇਹਨਾਂ ਤੋਂ ਬਚਣਾ ਤਾਂ ਬਹੁਤ ਔਖਾ ਹੈ। ਜੋ ਕਾਮ ਕ੍ਰੋਧ ਅਹੰਕਾਰ ਆਦਿਕ ਵਿਸ਼ੇ ਹੈ, ਹੇ ਸਖੀ ਇਹਨਾਂ ਤੋਂ ਕਿਸ ਸੰਜਮ ਸਾਧਨ ਕਰਕੇ ਤੇਰਾ ਛੁਟਕਾਰਾ ਹੋਇਆ ਮੈਨੂੰ ਵੀ ਦੱਸ। ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆਂ, ਸਗਲੋ ਭਵਨ ਲੁੱਟਿਓ ਰੀ। ਹੇ ਸਖੀ ਜਿਸ ਮਾਇਆ ਨੇ ਆ ਜਿਹੜੇ ਦੇਵਤੇ ਆ, ਸੁਰ, ਫਿਰ ਮਨੁੱਖ ਆ, ਤੇ ਇਸ ਪ੍ਰਕਾਰ ਹੋਰ ਜਿਹੜੇ ਸੁਰ ਨੇ, ਮਨੁੱਖਾਂ ਵਿੱਚੋਂ ਵੀ ਸ੍ਰੇਸ਼ਟ ਜਿਹੜੇ ਹੁੰਦੇ ਨੇ, ਦੇਵਤੇ ਆਦਿਕ ਨੇ, ਦੈਂਤ ਹੈ, ਤੇ ਤ੍ਰਿਗੁਣਾਤਮਕ ਜੀਆਂ ਸਮੇਤ ਸਾਰੇ ਭਵਨ ਨੂੰ ਭਾਵ ਸੰਸਾਰ ਨੂੰ ਇਹਨੇ ਲੁੱਟ ਲਿਆ। ਉਹ ਮਾਇਆ ਤੋਂ ਤੇਰਾ ਕਿਵੇਂ ਬਚਾਓ ਹੋਇਆ? ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹਿਓ ਰੀ। ਹੇ ਸਖੀ ਇਹ ਮਾਇਆ ਦੀ ਇੱਛਾ ਰੂਪ ਦਾਵਾ ਅਗਨੀ, ਜਿਹੜੀ ਡੌਂ ਅਗਨੀ ਜਿਹੜੀ ਜੰਗਲ 'ਚ ਲੱਗਦੀ ਹੈ, ਡੌਂ ਅਗਨੀ ਜਿਹੜੀ ਉਹ ਹੁੰਦੀ ਜਿਹੜੀ ਜੰਗਲ 'ਚ ਲੱਗ ਜਾਏ ਫਿਰ ਬੁਝਦੀ ਨਹੀਂ ਛੇਤੀ। ਡਾਵਾ ਅੱਗ ਨੇ ਬਹੁਤ ਹੀ ਜੀਵਾਂ ਰੂਪੀ ਤ੍ਰਿਣ ਕੱਖ ਸਾੜ ਦਿੱਤੇ ਨੇ। ਲੋਕੀ ਤਾਂ ਸੜੇ ਪਏ ਨੇ ਈਰਖਾ 'ਚ, ਦਵੈਸ਼ ਵਿੱਚ, ਤ੍ਰਿਸ਼ਨਾ ਵਿੱਚ, ਵਿਸ਼ਿਆਂ ਵਿੱਚ। ਇਸ ਵਿੱਚੋਂ ਕੋਈ ਕੋਈ ਮਹਾਤਮਾ ਰੂਪੀ ਹਰਾ ਬੂਟਾ ਰਿਹਾ, ਬਸ ਕੋਈ ਹੈ ਜਿਹੜਾ ਵਿਕਾਰਾਂ ਤੋਂ ਬਚ ਕੇ ਬੰਦਗੀ ਕਰਦਾ। ਇਹ ਦੱਸ ਤੇਰੇ ਉੱਪਰ ਕਿਸ ਦੀ ਕਿਰਪਾ ਜੋ ਤੂੰ ਮਾਇਆ ਤੋਂ ਬਚ ਗਈਆਂ, ਵਿਕਾਰਾਂ ਤੋਂ ਬਚ ਗਈਆਂ, ਤ੍ਰਿਸ਼ਨਾ ਤੋਂ ਬਚ ਗਈਆਂ। ਐਸੋ ਸਮਰੱਥ ਵਰਨ ਨਾ ਸਾਕੋ, ਤਾਕੀ ਉਪਮਾ ਜਾਤ ਨਾ ਕਹਿਓ ਰੀ। ਕਾਜਰ ਕੋਠ ਮੈਂ ਭਈ ਨਾ ਕਾਰੀ, ਨਿਰਮਲ ਬਰਨ ਬਨਿਓ ਰੀ। ਕਹਿੰਦੇ ਰੀ ਸਖੀ ਕਾਜਰ ਕੋਠ ਹੁੰਦੀ, ਕਾਲਖ ਦੀ ਕੋਠੀ, ਕਾਲਖ ਦੀ ਕੋਠੜੀ ਜੀ ਸੁਰਮਾ ਹੀ ਸੁਰਮਾ ਭਰਿਆ ਹੋਵੇ। ਜੋ ਇਹ ਸੰਸਾਰ ਹੈ, ਗ੍ਰਸਥ ਮਾਰਗ ਹੈ, ਇਸ ਵਿੱਚ ਰਹਿ ਕੇ ਵੀ ਤੂੰ ਕਾਲੀ ਤੋਂ ਕਲੰਕਿਤ ਨਹੀਂ ਹੋਈ, ਤੇਰਾ ਨਿਰਮਲ ਹੀ ਰੰਗ ਬਣਿਆ ਰਿਹਾ। ਇਹ ਦੱਸ ਤੇਰੇ ਤੇ ਕੌਣ ਅਨੁਗ੍ਰਹ ਭਇਓ ਰੀ, ਕਿਹੜੀ ਕਿਰਪਾ ਹੋਈ ਹੈ? ਇਹ ਗੱਲ ਸੁਣ ਕੇ ਹੁਣ ਮਹਾਤਮਾ ਰੂਪੀ ਸਖੀ ਉੱਤਰ ਦਿੰਦੀ ਹੈ, ਇਹ ਜਗਿਆਸੂ ਜਿਸ ਦੀ ਕਿਰਪਾ ਮੇਰੇ ਉੱਤੇ ਹੋਈ ਆ ਨਾ, ਉਹ ਹੁਣ ਪਹਿਲੀ ਜਿਹੜੀ ਪੰਕਤੀ ਪੜ੍ਹੀ ਉਹ ਹੁਣ ਕਹਿੰਦੇ ਨੇ, ਐਸੋ ਸਮਰੱਥ ਵਰਨ ਨਾ ਸਾਕੋ ਤਾਂ ਕਿ ਉਪਮਾ ਜਾਤ ਨਾ ਕਹਿਓ ਰੀ। ਉਹ ਪਰਮੇਸ਼ਰ ਇਹੋ ਜਿਹਾ ਸਮਰੱਥ ਹੈ ਜਿਹਦੀ ਸਮਰੱਥਾ ਮੈਂ ਆਖ ਨਹੀਂ ਸਕਦੀ, ਅਤੇ ਉਹਦੀ ਉਪਮਾ ਵੀ ਮੇਰੇ ਕੋਲੋਂ ਕਹੀ ਨਹੀਂ ਜਾ ਸਕਦੀ। ਮਹਾ ਮੰਤਰ ਗੁਰ ਹਿਰਦੈ ਬਸਿਓ, ਆਚਰਜ ਨਾਮ ਸੁਨਿਓ ਰੀ। ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਆਪਣਾ ਚਰਨ ਲਗਾਈ। ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਇਹਨਾਂ ਪੰਕਤੀਆਂ ਦਾ ਅਰਥ ਅਨਵੈ ਕਰਕੇ ਲੱਗਣਾ। ਪਿਛਲੀਆਂ ਪੰਕਤੀਆਂ ਪਹਿਲੀਆਂ ਪਿਛਲੇ ਪਾਸੇ। ਕਹਿੰਦੇ ਕਰ ਕਿਰਪਾ ਪ੍ਰਭ ਨਦਰ ਅਵਲੋਕਨ, ਜਦੋਂ ਉਸ ਵਾਹਿਗੁਰੂ ਨੇ ਮੈਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ ਨਾ ਮੇਰੇ ਵੱਲ, ਤਾਂ ਕਿਰਪਾ ਹੋਈ। ਸਾਧੂ ਸੰਗ ਸਮਾਈ, ਤਾਂ ਸੰਤਾਂ ਦੇ ਸੰਗ ਵਿੱਚ ਮੇਰੀ ਸਮਾਈ ਹੋ ਗਈ। ਜਾਂ ਸੰਤਾਂ ਦੇ ਸੰਗ ਵਿੱਚ ਸਮਾਈ ਹੋਈ, ਫਿਰ ਆਪਣਾ ਚਰਨ ਲਗਾਈ, ਤਾਂ ਗੁਰਾਂ ਨੇ ਆਪਣੇ ਚਰਨਾਂ ਨਾਲ ਲਗਾਇਆ ਮੈਨੂੰ। ਮਹਾ ਮੰਤਰ ਗੁਰ ਹਿਰਦਾ ਬਸਿਓ, ਤੇ ਗੁਰਾਂ ਦਾ ਮਹਾ ਮੂਲ ਮੰਤਰ ਮੇਰੇ ਹਿਰਦੇ 'ਚ ਵਸ ਗਿਆ। ਤੇ ਅਚਰਜ ਰੂਪ ਪ੍ਰਮਾਤਮਾ ਨੇ ਨਾਮ ਨੂੰ ਸੁਣਿਆ। ਉਹਦੇ ਨਾਮ ਨੂੰ ਜਦ ਮੈਂ ਸੁਣਿਆ, ਪ੍ਰੇਮ ਭਗਤ ਨਾਨਕ ਸੁਖ ਪਾਇਆ। ਉਦੋਂ ਮੈਂ ਪ੍ਰੇਮਾ ਭਗਤੀ ਕਰਕੇ
ਆਤਮਿਕ ਸੁਖ ਨੂੰ ਪ੍ਰਾਪਤ ਕਰ ਲਿਆ। ਬਸ ਇਹੀ ਤਰੀਕਾ ਹੈ ਕਿ ਉਹਨੇ ਮੇਰੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਆ, ਮੈਨੂੰ ਸੰਗੀ ਚੰਗੇ ਮਿਲ ਗਏ ਰੱਬ ਦੇ ਪਿਆਰੇ, ਉਹ ਮੈਂ ਸੋਝੀ ਪਾ ਕੇ ਗੁਰੂ ਸਾਹਿਬ ਕੋਲ ਲੈ ਗਏ। ਗੁਰੂ ਸਾਹਿਬ ਨੇ ਮੈਨੂੰ ਨਾਮ ਅੰਮ੍ਰਿਤ ਬਖਸ਼ਿਆ, ਪੰਜਾਂ ਪਿਆਰਿਆਂ ਦੇ ਰਾਹੀਂ ਸੰਗਤ ਦਿੱਤੀ। ਉਹ ਨਾਮ ਮੰਤਰ ਦੇ ਰਾਹੀਂ ਮੈਂ ਅਭਿਆਸ ਕਰਕੇ ਜੇ ਪ੍ਰੇਮ ਕੀਤਾ, ਮੈਨੂੰ ਰਾਹ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ। ਬਸ ਆਹ ਸਾਰਾ ਰਸਤਾ ਹੈ। ਤੂੰ ਵੀ ਗੁਰੂ ਦੇ ਕੋਲ ਚੱਲ, ਚੱਲ ਮਹਾਂਪੁਰਖਾਂ ਕੋਲ ਚੱਲ, ਚੱਲ ਗੁਰਮੁਖਾਂ ਦੀ ਸੰਗਤ ਕਰ, ਗੁਰੂ ਦੇ ਦਰ ਤੇ ਬੈਠ, ਗੁਰੂ ਵਾਲਾ ਬਣ। ਤੂੰ ਵੀ ਪੰਜਾਂ ਪਿਆਰਿਆਂ ਤੋਂ ਨਾਮ ਅੰਮ੍ਰਿਤ ਲੈ, ਅੰਮ੍ਰਿਤ ਛਕ, ਅੰਮ੍ਰਿਤ ਨਾਮ ਪ੍ਰਾਪਤ ਕਰਕੇ ਰਹਿਤ ਰੱਖ ਕੇ ਆਪਣੇ ਜੀਵਨ ਨੂੰ ਸਫਲਾ ਕਰ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।